ਨਾ ਪਰੰਪਰਾਗਤ ਸੰਜੋਗ। ਅੱਜ ਅਸੀਂ ਦੇਖਾਂਗੇ ਕਿ ਜਿਹੜੇ ਨਿਊ ਕਲਾਸੀਕਲ ਸਾਇੰਟਿਸਟ ਨੇ ਉਸ ਦੀ ਗੱਲ ਜਿਹੜੇ ਨਿਊ ਕਲਾਸੀਕਲ ਇਕੋਨੋਮਿਸਟ ਨੇ ਉਹਨਾਂ ਨੇ ਕਿੱਦਾਂ ਕੀਤੀ ਹੈ ਕਿ ਕਿੱਦਾਂ ਕਹਿੰਦੇ ਨੇ ਆਪਣੀ ਜਿਹੜੀ ਇਕੋਨਮੀ ਦੇ ਵਿੱਚ ਹੈ ਜਿਹੜੀ ਆਈਐਸ ਤੇ ਐਲਐਮ ਕਰਵ ਨੇ ਦੋਨੇ ਇੱਕ ਦੂਸਰੇ ਨੂੰ ਇੰਟਰਸੈਕਟ ਕਰਦੀਆਂ ਨੇ ਮੀਨਸ ਗੁੱਡਸ ਮਾਰਕੀਟ ਤੇ ਮੋਨੇਟਰੀ ਮਾਰਕੀਟ ਦੇ ਵਿੱਚ ਇਕੁਇਲਿਬਰੀਅਮ ਦੀ ਪੋਜੀਸ਼ਨ ਹੁੰਦੀ ਆ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸਿਮultaneous ਇਕੁਇਲਿਬਰੀਅਮ ਦੀ ਗੱਲ ਕਰਾਂਗੇ, ਉਸ ਤੋਂ ਬਾਅਦ ਇਕੁਇਲਿਬਰੀਅਮ ਐਂਡ ਐਡਜਸਟਮੈਂਟ ਪ੍ਰੋਸੈਸ in IS and LM curve। ਅੱਗੇ ਹੈ ਆਪਣਾ ਕਲਾਸੀਕਲ ਐਂਡ ਕੇਨਜ਼ੀਅਨ ਜ਼ੋਨਸ ਕਿ IS ਤੇ LM ਕਰਵ ਨੂੰ ਲੈ ਕੇ ਕਲਾਸੀਕਲ ਤੇ ਕੇਨਜ਼ੀਅਨ ਦੇ ਕੀ ਵਿਊਜ਼ ਨੇ। ਉਸ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਆਬਜੈਕਟਿਵਸ ਵੀ ਕੀ ਆਬਜੈਕਟਿਵਸ ਨੇ ਸਿਮultaneous ਇਕੁਇਲਿਬਰੀਅਮ ਇਨ ਗੁੱਡਸ ਮਾਰਕੀਟ ਐਂਡ ਜਿਹੜੀ ਮਨੀ ਮਾਰਕੀਟ ਆ ਉਹਦੇ ਵਿੱਚ ਕਿੱਦਾਂ ਹੁੰਦਾ ਹੈ। ਜਿਵੇਂ ਕਿ ਅਸੀਂ ਦੇਖਿਆ ਹੈ ਕਿ ਜਿਹੜੀ ਆਈਐਸ ਕਰਵ ਹੈ which indicates the points on which there is a equilibrium in goods market। IS ਕਰਵ ਨੂੰ ਆਪਾਂ ਇਨਵੈਸਟਮੈਂਟ ਸੇਵਿੰਗ ਕਰਵ ਕਹਿੰਦੇ ਆ। ਉਹ ਕੀ ਇੰਡੀਕੇਟਸ ਕਰਦੀ ਹੈ ਕਿ ਜਿਹੜੀ ਆਪਣੀ ਗੁੱਡਸ ਮਾਰਕੀਟ ਹੈ ਉਹਦੇ ਵਿੱਚ ਇਕੁਇਲਿਬਰੀਅਮ ਹੈ, ਮਤਲਬ ਜਿਹੜੀਆਂ ਗੁੱਡਸ ਐਂਡ ਸਰਵਿਸਿਜ਼ ਦੀ ਡਿਮਾਂਡ ਹੈ ਉਹ ਗੁੱਡਸ ਐਂਡ ਸਰਵਿਸਿਜ਼ ਦੀ ਸਪਲਾਈ ਦੇ ਇਕੁਅਲ ਹੈ। ਮਿਸ ਇੰਟਰਸਟ ਰੇਟ ਤੇ ਜਿਹੜਾ ਇਨਵੈਸਟਮੈਂਟ ਦਾ ਰਿਲੇਸ਼ਨ ਹੈ ਜਿਹਦੇ ਥਰੂ ਗੁੱਡਸ ਐਂਡ ਸਰਵਿਸਿਜ਼ ਅਫੈਕਟ ਹੁੰਦੀਆਂ ਨੇ ਉਸ ਦੀ ਗੱਲ ਕੀਤੀ ਜਾਂਦੀ ਹੈ। ਤੇ LM curve which indicates the equilibrium in the money market। LM ਜਿਹੜੀ curve ਹੈ liquidity of money, ਠੀਕ ਹੈ, ਉਹ ਕੀ ਰਿਪਰੈਜ਼ੈਂਟ ਕਰਦੀ ਹੈ ਆਪਣੀ ਜਿਹੜੀ ਮੋਨੇਟਰੀ ਸੈਕਟਰ ਹੈ ਮੋਨੇਟਰੀ ਇਕੁਇਲਿਬਰੀਅਮ ਹੈ ਉਸ ਨੂੰ ਰਿਪਰੈਜ਼ੈਂਟ ਕਰਦੀ ਹੈ, ਜਿਹਦੇ ਵਿੱਚ ਕਹਿੰਦੇ ਜਿਹੜੀ ਮਨੀ ਦੀ ਡਿਮਾਂਡ ਹੈ ਰੀਅਲ ਡਿਮਾਂਡ ਫॉर ਮਨੀ ਇਕੁਅਲ ਟੂ ਕੀ ਹੁੰਦੀ ਆ ਰੀਅਲ ਸਪਲਾਈ ਆਫ ਮਨੀ ਆ, ਜਿਹਨੂੰ ਵੀ ਜਿਹੜਾ ਇੰਟਰਸਟ ਰੇਟ ਆ ਅਫੈਕਟ ਕਰਦਾ ਹੈ। ਉਸ ਤੋਂ ਬਾਅਦ ਆਪਾਂ ਅੱਜ ਦੇ ਟੌਪਿਕ ਦੇ ਵਿੱਚ ਕੀ ਕਰਾਂਗੇ ਇੰਟਰੈਕਸ਼ਨ ਬਿਟਵੀਨ ਆਈਐਸ ਕਰਵ ਐਂਡ ਐਲਐਮ ਕਰਵ ਕਿ ਕਿੱਥੇ ਜਿਹੜੀਆਂ ਆਪਣੀਆਂ ਮੋਨੇਟਰੀ ਕਰਵ ਹੈ ਜਿਹੜੀ ਐਲਐਮ ਕਰਵ ਹੈ ਤੇ ਜਿਹੜੀ ਗੁੱਡਸ ਵਾਲੀ ਕਰਵ ਹੈ ਗੁੱਡਸ ਮਾਰਕੀਟ ਦੀ ਕਰਵ ਆਈਐਸ ਕਰਵ ਇੱਕ ਦੂਸਰੇ ਨੂੰ ਇੰਟਰਸੈਕਟ ਕਰਦੀਆਂ ਨੇ ਤੇ ਕਿੱਥੇ ਕਹਿੰਦੇ ਇਕੁਇਲਿਬਰੀਅਮ ਹੋਏਗਾ ਕਿੱਥੇ ਡਿਸਇਕੁਇਲਿਬਰੀਅਮ ਹੋਏਗਾ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਸਿਮultaneous ਇਕੁਇਲਿਬਰੀਅਮ। ਵਾਟ ਇਜ਼ ਸਿਮultaneous ਇਕੁਇਲਿਬਰੀਅਮ? ਸਿਮultaneous ਇਕੁਇਲਿਬਰੀਅਮ ਕੀ ਹੁੰਦਾ ਹੈ? ਕਹਿੰਦੇ simultaneous equilibrium in the goods market and money market there needs to be a single combination of interest rate and income level which satisfy the equilibrium in both the market money market and goods market ਦੇ ਵਿੱਚ simultaneously ਨਾਲ ਦੀ ਨਾਲ ਕਹਿੰਦੇ simultaneous equilibrium ਉਹ ਹੁੰਦਾ ਹੈ ਜਿੱਥੇ ਕਹਿੰਦੇ goods market ਦੇ ਵਿੱਚ ਵੀ equilibrium ਹੋਏਗਾ ਤੇ money market ਦੇ ਵਿੱਚ ਵੀ equilibrium ਹੋਏਗਾ। ਹੁਣ ਜਿਹੜਾ ਗੁੱਡਸ ਮਾਰਕੀਟ ਤੇ ਮਨੀ ਮਾਰਕੀਟ ਦੇ ਵਿੱਚ ਇਕੁਇਲਿਬਰੀਅਮ ਦੀ ਪੋਜੀਸ਼ਨ ਹੈ ਉਹ ਚੇਂਜ ਹੁੰਦੇ ਨਾ ਮਾਰਕੀਟਸ ਦੇ ਵਿੱਚ ਕਿਤੇ ਮੇਨ ਜਿਹੜੇ ਡਿਟਰਮੀਨੈਂਟਸ ਨੇ ਕਿਹੜੇ ਨੇ ਫਸਟ ਇਜ਼ ਦਾ ਇੰਟਰਸਟ ਰੇਟ ਐਂਡ ਸੈਕੰਡ ਇਜ਼ ਦਾ ਇਨਕਮ ਲੈਵਲ। ਦੋਨੋਂ ਦੇ ਵਿੱਚ ਇੰਟਰਸਟ ਰੇਟ ਜਿਸ ਦੇ ਥਰੂ ਆਪਣੀ ਆਊਟਪੁੱਟ ਇਨਕਮ ਲੈਵਲ ਚੇਂਜ ਹੁੰਦੀ ਹੈ ਜਿਸ ਦੇ ਥਰੂ ਜਿਹੜਾ ਇਕੁਇਲਿਬਰੀਅਮ ਵੀ ਚੇਂਜ ਹੁੰਦਾ ਹੈ। ਤਾਂ ਇਸ ਦੇ ਲਈ ਆਪਾਂ ਕੀ ਕਰਾਂਗੇ ਆਪਾਂ ਦੇ ਇਨਕਮ ਐਂਡ ਆਊਟਪੁੱਟ ਲੈਵਲ ਵਾਈ ਐਕਸਿਸ ਉਹਦੇ ਵਿੱਚ ਇਨਕਮ ਤੇ ਆਊਟਪੁੱਟ ਦਾ ਕਿਤੇ ਗਿਆ ਐਂਡ ਇੰਟਰਸਟ ਰੇਟ ਔਨ ਦਾ ਐਕਸ ਐਕਸਿਸ ਦੀ ਇੰਟਰਸਟ ਰੇਟ ਦੇ ਥਰੂ ਮਨੀ ਮਾਰਕੀਟ ਵੀ ਅਫੈਕਟ ਹੁੰਦੀ ਆ ਤੇ ਜਿਹੜੀ ਗੁੱਡਸ ਮਾਰਕੀਟ ਉਹ ਕੀ ਹੁੰਦੀ ਆ ਅਫੈਕਟ ਹੁੰਦੀ ਆ। ਤਾਂ ਮਾਰਕੀਟ ਦੇ ਵਿੱਚ ਆਪਾਂ ਇਕੁਇਲਿਬਰੀਅਮ ਵਿਦ ਦ ਹੈਲਪ ਆਫ ਡਾਇਗਰਾਮ ਜਿਵੇਂ ਕਿ ਤੁਸੀਂ ਇਹ ਡਾਇਗਰਾਮ ਦੇਖ ਸਕਦੇ ਹੋ ਜਿਹਦੇ ਸਿਮultaneous equilibrium in goods and money market ਦਿਖਾਇਆ ਹੈ। ਤੇ ਇਹਦੇ ਵਿੱਚ ਕੀ ਆ ਗੁੱਡਸ ਮਾਰਕੀਟ ਉਹ ਐਕਸਿਸ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਇਨਕਮ ਹੈ ਐਂਡ ਆਊਟਪੁੱਟ ਹੈ ਉਹ ਲਿੱਤੀ ਹੋਈ ਹੈ ਉਹ ਵਾਈ ਐਕਸਿਸ ਤੇ ਇੰਟਰਸਟ ਰੇਟ ਲਿੱਤਾ ਹੋਇਆ ਹੈ। ਕਹਿੰਦੇ ਇਹਦੇ ਵਿੱਚ ਗੁੱਡਸ ਮਾਰਕੀਟ ਤੇ ਮਨੀ ਮਾਰਕੀਟ ਦੇ ਵਿੱਚ ਕਲੀਅਰ ਹੈ ਤੁਹਾਨੂੰ ਕਿ ਇਕੁਇਲਿਬਰੀਅਮ ਦੀ ਪੋਜੀਸ਼ਨ ਕਿਹੜੀ ਹੈ E1 ਹੈ। E1 ਇਜ਼ ਅ ਸਿਮultaneous equilibrium ਕਹਿੰਦੇ ਜਿੱਥੇ ਕੀ ਆ ਰੇਟ ਆਫ ਇੰਟਰਸਟ I1 ਫਿਕਸ ਹੋਇਆ ਹੈ ਤੇ ਜਿਹੜੀ ਇਨਕਮ ਐਂਡ ਆਊਟਪੁੱਟ ਹੈ ਉਹ ਕਿੰਨੀ ਹੈ Y1 ਹੈ ਤੇ ਜਿਹੜੀ LM ਕਰਵ ਹੈ ਉਹ ਕੀ ਹੈ ਲੈਫਟ ਰਾਈਟ ਅਪਵਰਡ ਹੈ। ਤੁਹਾਨੂੰ ਪਤਾ ਹੈ ਕਿ ਜਿਹੜਾ ਇੰਟਰਸਟ ਰੇਟ ਹੈ ਉਹਦੀ ਜਿਹੜੀ ਡਿਮਾਂਡ ਐਂਡ ਸਪਲਾਈ ਡਿਮਾਂਡ ਤੇ ਸਪਲਾਈ ਤੇ ਇੰਟਰਸਟ ਰੇਟ ਦਾ ਇਫੈਕਟ ਪੈਂਦਾ ਹੁੰਦਾ ਤਾਂ LM ਕਰਵ ਸਾਨੂੰ ਕੀ ਦਿਖਾਉਂਦੀ ਹੁੰਦੀ ਹੈ ਜਿੱਥੇ ਕਹਿੰਦੇ ਮਨੀ ਦੀ ਡਿਮਾਂਡ ਤੇ ਮਨੀ ਦੀ ਸਪਲਾਈ LM ਕਰਵ ਦੇ ਹਰੇਕ ਪੁਆਇੰਟ ਤੇ ਕੀ ਆ ਇਕੁਅਲ ਹੈ। ਤਾਂ LM ਕਰਵ ਤੇ ਹਰੇਕ ਪੁਆਇੰਟ ਤੇ ਮਨੀ ਦੀ ਸਪਲਾਈ ਤੇ ਮਨੀ ਦੀ ਡਿਮਾਂਡ ਕੀ ਹੋਏਗੀ ਇਕੁਅਲ ਹੋਏਗੀ।
ਤਾਂ ਉਸ ਤੋਂ ਬਾਅਦ ਜਿਹੜੀ ਆਈਐਸ ਕਰਵ ਹੈ, ਆਈਐਸ ਕਰਵ ਸਾਨੂੰ ਸ਼ੋ ਕਰਦੀ ਹੈ ਜਿਹਦਾ ਵੀ ਰੇਟ ਆਫ ਇੰਟਰਸਟ ਨਾਲ ਰਿਲੇਸ਼ਨ ਹੈ, ਕਿਉਂਕਿ ਗੁड्स ਦੀ ਡਿਮਾਂਡ ਤੇ ਸਪਲਾਈ ਤੇ ਰੇਟ ਆਫ ਇੰਟਰਸਟ ਦਾ ਇਫੈਕਟ ਪੈਂਦਾ ਹੈ। ਤਾਂ ਆਈਐਸ ਕਰਵ ਲੈਫਟ ਰਾਈਟ ਕੀ ਹੋਏਗੀ, ਡਾਊਨਵਰਡ ਹੋਏਗੀ। ਤੁਹਾਨੂੰ ਪਤਾ ਕਿ ਅਗਰ ਰੇਟ ਆਫ ਇੰਟਰਸਟ ਜ਼ਿਆਦਾ ਹੈ ਤਾਂ ਇਨਵੈਸਟਮੈਂਟ ਕੀ ਆ, ਘੱਟ ਹੁੰਦੀ ਆ। ਤਾਂ ਇਨਵੈਸਟਮੈਂਟ ਘੱਟ ਹੋਣ ਦੇ ਨਾਲ ਆਊਟਪੁੱਟ ਵੀ ਘੱਟ ਹੋਏਗੀ। ਜਿਵੇਂ ਜਿਵੇਂ ਰੇਟ ਆਫ ਇੰਟਰਸਟ ਵਧਦਾ ਜਾਏਗਾ ਤਾਂ ਜਿਹੜਾ ਆਪਣਾ ਇਨਵੈਸਟਮੈਂਟ ਆ ਵਧਦੀ ਜਾਏਗੀ, ਜਿਹਦੇ ਥਰੂ ਆਪਣੀ ਜਿਹੜੀ ਸਪਲਾਈ ਆਫ ਮਨੀ ਆਊਟਪੁੱਟ ਐਂਡ ਇਨਕਮ ਉਹ ਵੀ ਵਧਦੀ ਜਾਏਗੀ। ਇਸ ਤਰ੍ਹਾਂ ਜਿਹੜੀ ਆਈਐਸ ਕਰਵ ਹੈ ਇਹ ਲੈਫਟ ਰਾਈਟ ਡਾਊਨਵਰਡ ਹੈ ਐਂਡ ਐਲਐਨ ਕੀ ਆ, ਪੋਜ਼ਿਟਿਵ ਹੈ। And which money demand, money supply से less money demand की interest rate का उधर negative relationship है। अगर interest rate money demand घटता है, अगर interest rate घटता है तो money demand ज्यादा है। And supply interest rate ज्यादा है तो money supply ज्यादा होगी, अगर interest rate घटता है तो money supply घट जाएगी। Demand and actually कितनी होगी? जिथे आईएस से करते नहीं सेट करते वो पॉइंट केड़ा सिमुलेटेनियस इक्विलिब्रियम इन गुड्स एंड डिमांड दोनों ਦੇ ਵਿੱਚ ਕਹਿੰਦੇ ਰੇਟ ਆਫ ਇੰਟਰਸਟ ਕਿੰਨਾ ਫਿਕਸ ਕੀਤਾ ਹੈ ਤੇ ਜਿਹੜਾ ਲੈਵਲ ਆਫ ਆਊਟਪੁੱਟ ਹੈ ਉਹ ਕਿੰਨਾ ਹੈ, y1 ਹੈ। ਦਿਸ ਇਜ਼ ਅ ਸਿਮultaneous equilibrium, ਠੀਕ ਹੈ। ਤਾਂ ਫਰਮਸ ਆਰ ਪ੍ਰੋਡਿਊਸਿੰਗ that ਤੁਸੀਂ ਦੇਖ ਸਕਦੇ ਹੋ ਜਿਹੜੀ ਫਰਮਸ ਨੇ ਉਹ ਕਿੰਨੀ ਪ੍ਰੋਡਕਸ਼ਨ ਕਰਦੀਆਂ ਨੇ, y1 ਪ੍ਰੋਡਕਸ਼ਨ ਕਰਦੀਆਂ ਨੇ। ਇਹ ਪਲਾਨਡ ਆਊਟਪੁੱਟ ਹੈ, planned amount of output are individuals have their portfolio, ठीक है, compositions according to their plan, there is no unplanned inventory accumulation or rundown of investment। ਇੱਥੇ ਅਨਪਲੈਨਡ ਜਿਹੜੀ ਇਨਵੈਂਟਰੀ ਕੰਪੂਲੇਸ਼ਨ ਹੈ ਉਹ ਨਹੀਂ ਹੈਗੀ। ਤਾਂ ਸਿਮultaneous equilibrium in goods and money market ਦੇ ਵਿੱਚ ਕਹਿੰਦੇ ਇੱਥੇ ਕਿਨੇ ਟੂ ਕਰਵਸ ਨੇ ਜਿਹੜੇ ਇੱਕ ਦੂਸਰੇ ਨੂੰ ਇੰਟਰਸੈਕਟ ਕਰਨਗੇ, ਆਈਐਸ ਐਂਡ ਐਲਐਮ ਕਰਵ। ਕਹਿੰਦੇ ਇਫ ਐਨੀ ਆਫ ਦਾ ਟੂ ਕਰਵ ਚੇਂजेस, ਅਗਰ ਕਹਿੰਦੇ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਕਰਵ ਚੇਂਜ ਹੋ ਜਾਂਦੀ ਹੈ, ਚਾਹੇ ਆਈਐਸ ਕਰਵ ਚੇਂਜ ਹੁੰਦੀ ਹੈ ਵੀ ਸ਼ਿਫਟ ਹੋ ਜਾਂਦੀ ਹੈ, ਚਾਹੇ ਐਲਐਮ ਕਰਵ ਸ਼ਿਫਟ ਹੁੰਦੀ ਹੈ, ਤਾਂ ਇਹਦੇ ਥਰੂ ਕੀ ਹੋਏਗਾ, ਜਿਹੜਾ ਸਿਮultaneous equilibrium ਹੈ ਆਪਣਾ ਉਹ ਵੀ ਕੀ ਹੋਏਗਾ, ਚੇਂਜ ਹੋਏਗਾ। ਕਹਿੰਦੇ ਕਿ ਇਹ ਚੇਂਜ ਕਿਸ ਦੇ ਥਰੂ ਹੁੰਦਾ ਹੈ, ਚੇਂਜ ਇਨ ਇਕੁਇਲਿਬ੍ਰੀਅਮ ਲੈਵਲ ਆਫ ਇਨਕਮ ਐਂਡ ਇੰਟਰਸਟ ਰੇਟ। ਤਾਂ ਇਹਦੇ ਥਰੂ ਆਪਣਾ ਜਿਹੜਾ ਇੰਟਰਸਟ ਰੇਟ ਹੈ ਐਂਡ ਇਨਕਮ ਲੈਵਲ ਉਹ ਵੀ ਕੀ ਹੋਏਗਾ, ਚੇਂਜ ਹੋਏਗਾ। ਤਾਂ ਆਪਾਂ ਇਹਨੂੰ ਦੇਖਦੇ ਹਾਂ ਕਿ ਕਿਸ ਤਰ੍ਹਾਂ ਚੇਂਜ ਹੋਏਗਾ ਸਿਮultaneous equilibrium in goods and money market ਦੇ ਵਿੱਚ, ਠੀਕ ਹੈ। ਜਦੋਂ ਐਲਐਮ ਤੇ ਆਈਐਸ ਕਰਵ ਕਿਉਂ ਸ਼ਿਫਟ ਹੋਣੀ ਹੈ ਤਾਂ ਇਹਨਾਂ ਦਾ ਕੀ ਇਫੈਕਟ ਪਏਗਾ ਰੇਟ ਆਫ ਇੰਟਰਸਟ ਤੇ ਐਂਡ ਜਿਹੜੀ ਆਪਣੀ प्रोडक्शन है, आउटपुट है, इनकम है उस ते। तो सब तो पहले आप देखते हैं इक्विलिब्रियम का पता लग गया जिथे आईएस ते एलएम कर्व एक दूसरे को इंटरसेक्ट करते हैं। एक पॉइंट इज इक्विलिब्रियम पॉइंट जिथे रेट ऑफ इंटरेस्ट I1 फिक्स हुआ है एंड आउटपुट Y1 है जो फर्म्स प्रोड्यूस कर रही है। इसका प्लान एंड इक्विलिब्रियम की पोजीशन है जो चेंज हुई है दोनों कर्व्स के बीच, दोनों में जो कोई कर्व चेंज हो गए तो पोजीशन चेंज हो जाता है। सबसे पहला शिफ्ट the IS investment saving they वो दिया जब वो शिफ्ट होते ਤਾਂ ਇਕੁਇਲਿਬ੍ਰੀਅਮ ਆਪਣਾ ਕਿੰਨਾ ਚੇਂਜ ਹੁੰਦਾ ਹੈ, ਲੈਵਲ ਲਿਖਤਾ ਹੋਇਆ ਐਂਡ ਉਹ ਵਾਈ ਤੇ ਇੰਟਰਸਟ ਰੇਟ ਲਿਖਤਾ ਹੋਇਆ। ਤੇ ਜਿਹੜੀ ਐਲਐਮ ਕਰਵ ਹੈ ਉਹ ਸਾਡੀ ਮੋਨੇਟਰੀ ਮਾਰਕੀਟ ਦੀ ਕਰਵ ਹੈ ਐਂਡ ਜਿਹੜੀ IS1 ਕਰਵ ਹੈ ਉਹ ਸਾਡੀ ਗੁੱਡਸ ਮਾਰਕੀਟ ਦੀ ਕਰਵ ਹੈ, ਇਨਵੈਸਟਮੈਂਟ ਸੇਵਿੰਗ ਕਰਵ ਹੈ, ਠੀਕ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਜਿਹੜੀ ਆਪਣੀ ਇਨਵੈਸਟਮੈਂਟ ਸੇਵਿੰਗ ਕਰਵ ਹੈ ਉਹ ਰਾਈਟਵਰਡ ਸ਼ਿਫਟ ਹੋ ਰਹੀ ਹੈ। IS1 ਤੋਂ ਸ਼ਿਫਟ ਹੋ ਕੇ ਕਿੱਥੇ ਹੋ ਰਹੀ ਹੈ, IS2 ਸ਼ਿਫਟ ਹੋ ਰਹੀ ਹੈ। ਕਿਉਂ ਹੋ ਰਹੀ ਹੈ ਤੁਸੀਂ ਅਸਿਊਮ ਕਰ ਸਕਦੇ ਹੋ देयर इज एन इंक्रीज इन एंटोनमस इन्वेस्टमेंट। ਕਹਿੰਦੇ ਅਗਰ एंटोनमस इन्वेस्टमेंट इंक्रीज हो जाए द रिजल्ट इन एन इंक्रीज इन एंटोनमस स्पेंडिंग। एंटोनमस इन्वेस्टमेंट इंक्रीज तदे ਹੁੰਦੀ ਹੈ ਜਦੋਂ एंटोनमस ਆਪਣੀ स्पेंडिंग ਕੀ ਹੁੰਦੀ ਹੈ, इंक्रीज ਹੁੰਦੀ ਹੈ। Hence there is a parallel shift to the IS curve from IS1 to IS2, ठीक है। the equilibrium shift from E1 to E2 which indicates higher equilibrium level of income and output, higher rate of interest। ਹੁਣ ਜਿਹੜੀ IS1 curve IS2 ਦੇ ਵਿੱਚ ਸ਼ਿਫਟ ਹੋਈ ਹੈ, ਰਾਈਟਵਰਡ ਸ਼ਿਫਟ ਹੋਈ ਹੈ, ਉਹਦਾ ਮੇਨ ਰੀਜ਼ਨ ਕੀ ਸੀਗਾ ਕਿ ਜਿਹੜੀ ਆਪਣੀ ਐਂਟੋਨਮਸ ਇਨਵੈਸਟਮੈਂਟ ਸੀ, ਪਲਾਨਡ ਇਨਵੈਸਟਮੈਂਟ ਸੀ, ਉਹ ਇਨਕਰੀਜ਼ ਹੋਈ ਆ। A ਤੋਂ A ਦੀ ਵਾਰ ਡੈਸ਼ ਹੋਈ ਆ।
ਤਾਂ ਇਹਦੇ ਥਰੂ ਕੀ ਹੋਏਗਾ, ਆਪਣੀ ਇਨਵੈਸਟਮੈਂਟ ਇਨਕਰੀਜ਼ ਹੋਣ ਦੇ ਨਾਲ ਆਈਐਸ ਕਰਵ ਹੈ ਜਿਹੜੀ ਉਹ ਰਾਈਟਵਰਡ ਸ਼ਿਫਟ ਹੋ ਜਾਏਗੀ, ਕਿਉਂਕਿ ਗੁड्स ਦੀ ਪ੍ਰੋਡਕਸ਼ਨ ਕੀ ਹੈ ਜ਼ਿਆਦਾ ਹੋਏਗੀ, ਇਨਕਮ ਐਂਡ ਆਊਟਪੁੱਟ ਜ਼ਿਆਦਾ ਜਨਰੇਟ ਹੋਏਗੀ। ਤਾਂ ਕਹਿੰਦੇ ਨਿਊ ਇਕੁਇਲਿਬ੍ਰੀਅਮ ਬਣਿਆ। ਹੁਣ ਜਿਹੜੀ IS2 ਕਰਵ ਹੈ LM ਕਰਵ ਨੂੰ E2 ਪੁਆਇੰਟ ਤੇ ਇੰਟਰਸੈਕਟ ਕਰ ਰਹੀ ਹੈ। E2 ਪੁਆਇੰਟ ਇਜ਼ ਦਾ ਨਿਊ ਇਕੁਇਲਿਬ੍ਰੀਅਮ ਪੁਆਇੰਟ, ਜੋ ਕੀ ਸ਼ੋ ਕਰ ਰਿਹਾ ਹੈ ਕਿ ਆਈਐਸ ਕਰਵ ਰਾਈਟਵਰਡ ਸ਼ਿਫਟ ਹੋਣ ਦੇ ਨਾਲ ਜਿਹੜਾ ਰੇਟ ਆਫ ਇੰਟਰਸਟ ਹੈ ਉਹਦੇ ਵਿੱਚ ਇਨਕਰੀਜ਼ ਹੋਇਆ ਹੈ। ਰੇਟ ਆਫ ਇੰਟਰਸਟ ਇਨਕਰੀਜ਼ ਹੋ ਕੇ I1 ਤੋਂ ਕਿੰਨਾ ਹੋ ਗਿਆ ਹੈ, I2 ਹੋ ਗਿਆ ਹੈ। ਤੇ ਦੂਸਰੀ ਤਰਫ ਜਿਹੜੀ ਇਨਕਮ ਹੈ ਉਹ ਵੀ ਇਨਕਰੀਜ਼ ਹੋ ਕੇ Y1 ਤੋਂ Y2 ਹੋ ਗਈ। ਇਨਵੈਸਟਮੈਂਟ ਦੇ ਥਰੂ ਇਨਕਮ ਤੇ ਆਊਟਪੁੱਟ ਦੇ ਵਿੱਚ ਵੀ ਇਨਕਰੀਜ਼ ਹੋਇਆ ਹੈ, ਤੇ ਜਿਹੜਾ ਰੇਟ ਆਫ ਇੰਟਰਸਟ ਹੈ ਉਹ ਵੀ ਕੀ ਹੋਇਆ ਹੈ, ਇਨਕਰੀਜ਼ ਹੋਇਆ ਹੈ। ਤਾਂ ਇਸ ਤਰ੍ਹਾਂ ਜਿਹੜੀ ਆਈਐਸ ਕਰਵ ਹੈ ਉਹਦੇ ਰਾਈਟਵਰਡ ਸ਼ਿਫਟ ਹੋਣ ਦੇ ਨਾਲ ਇਕੁਇਲਿਬ੍ਰੀਅਮ ਵੀ ਚੇਂਜ ਹੋਏਗਾ, ਤੇ ਆਪਣਾ ਇਨਕਮ ਤੇ ਜਿਹੜੇ ਆਪਣਾ ਰੇਟ ਆਫ ਇੰਟਰਸਟ ਹੈ ਉਹ ਵੀ ਚੇਂਜ ਹੋਏਗਾ। ਕਹਿੰਦੇ ਇਹਦੇ ਵਿੱਚ ਆਬਜ਼ਰਵ ਕੀਤਾ ਗਿਆ ਹੈ ਚੇਂਜ ਇਨ ਦਾ ਲੈਵਲ ਆਫ ਇਨਕਮ ਇਜ਼ not the same as the extent of shift in the IS curve। ਕਹਿੰਦੇ ਜਿਹੜਾ ਲੈਵਲ ਆਫ ਇਨਕਮ ਦੇ ਵਿੱਚ ਚੇਂਜ ਆ ਉਹ ਜ਼ਰੂਰੀ ਨਹੀਂਗਾ ਕਿ ਸੇਮ ਹੋਵੇ। ਜਦੋਂ ਸ਼ਿਫਟ ਹੁੰਦੀ ਹੈ IS curve ਕਹਿੰਦੇ ਉਹ ਜ਼ਿਆਦਾ ਵੀ ਹੋ ਸਕਦਾ, ਘੱਟ ਵੀ ਹੋ ਸਕਦਾ। ਇਹ ਕਹਿੰਦੇ ਡਿਪੈਂਡ ਕਰਦਾ ਹੈ ਆਪਣਾ ਇਨਕਰੀਜ਼ ਇਨ ਇਨਵੈਸਟਮੈਂਟ ਤੇ, ਕਿਉਂਕਿ ਕਹਿੰਦੇ ਮਲਟੀਪਲਾਇਰ ਇਫੈਕਟ ਹੈ ਜਿਹੜਾ ਉਹ ਵੀ ਦੇਖਣ ਨੂੰ ਮਿਲਦਾ ਹੈ। ਕਹਿੰਦੇ ਨੈਗੇਟਿਵ ਇੰਪੈਕਟ ਕਦੋਂ ਹੁੰਦਾ ਹੈ ਆਪਣਾ ਆਈਐਸ ਕਰਵ ਦਾ, ਜਦੋਂ ਆਈਐਸ ਕਰਵ ਕੀ ਆ ਲੈਫਟਵਰਡ ਸ਼ਿਫਟ ਹੋ ਜਾਵੇ, ਜਦੋਂ ਵੀ ਆਪਣੀ ਇਨਵੈਸਟਮੈਂਟ ਡਿਕਰੀਜ਼ ਹੋਵੇ। ਇਨਵੈਸਟਮੈਂਟ ਡਿਕਰੀਜ਼ ਹੋਣ ਦੇ ਨਾਲ ਕੀ ਹੁੰਦਾ ਹੈ, ਐਨੋਨਮਸ ਇਨਵੈਸਟਮੈਂਟ ਮੰਨ ਲਓ ਡਿਕਰੀਜ਼ ਹੋ ਗਈ IS1 ਕਰਵ ਤੋਂ ਨੀਚੇ। ਚਲ ਤੁਸੀਂ ਇਹਨੂੰ ਛੱਡੋ, ਤੁਸੀਂ ਪਹਿਲਾਂ ਦੇਖਿਆ ਸੀ ਰਾਈਟਵਰਡ ਸ਼ਿਫਟ ਹੋਈ, ਹੁਣ ਤੁਸੀਂ ਦੇਖ ਲਓ ਅਗਰ ਇਨੀਸ਼ੀਅਲ ਜਿਹੜੀ ਆਪਣੀ IS ਇਨਵੈਸਟਮੈਂਟ ਸੇਵਿੰਗ ਕਰ ਹੈ ਦੈਟ ਇਜ਼ ਦਾ IS2, ਠੀਕ ਹੈ, ਜਿਹੜੀ LM ਕਰਵ ਨੂੰ E2 ਤੇ ਕੱਢ ਰਹੀ ਹੈ। E2 ਇਜ਼ ਦਾ ਇਨੀਸ਼ੀਅਲ ਇਕੁਇਲਿਬ੍ਰੀਅਮ। ਅਗਰ ਜਿਹੜੀ ਆਪਣੀ ਇਨਵੈਸਟਮੈਂਟ ਸੇਵਿੰਗ ਹੈ ਉਹ ਡਾਊਨ ਹੋਈ ਹੈ, ਠੀਕ ਹੈ, ਐਟੋਨਮਸ ਇਨਵੈਸਟਮੈਂਟ ਘੱਟ ਹੋਈ ਹੈ, ਤਾਂ IS ਕਰਵ ਕੀ ਹੈ ਡਾਊਨਵਰਡ ਸ਼ਿਫਟ ਹੋ ਜਾਏਗੀ, IS2 ਤੋਂ IS1 ਤੇ ਸ਼ਿਫਟ ਹੋ ਜਾਏਗੀ, ਜਿਹਦੇ ਥਰੂ ਨਿਊ ਇਕੁਇਲਿਬ੍ਰੀਅਮ ਬਣੇਗਾ E1, ਜੋ ਸਾਨੂੰ ਕੀ ਦਿਖਾ ਰਿਹਾ ਹੈ ਕਿ ਆਪਣਾ ਰੇਟ ਆਫ ਇੰਟਰਸਟ ਵੀ ਡਿਕਰੀਜ਼ ਹੋਇਆ ਹੈ I2 ਤੋਂ I1, ਤੇ ਆਪਣਾ ਜਿਹੜਾ ਇਨਕਮ ਤੇ ਆਊਟਪੁੱਟ ਲੈਵਲ ਹੈ ਉਹ ਵੀ ਡਿਕਰੀਜ਼ ਹੋਇਆ ਹੈ Y2 ਤੋਂ Y1। ਇਸ ਤਰ੍ਹਾਂ ਨੈਗੇਟਿਵ ਇਫੈਕਟ ਦੇਖਣ ਲਈ ਮਿਲੇਗਾ ਅਗਰ ਜਿਹੜੀ ਆਪਣੀ IS ਕਰਵ ਹੈ लेफ्ट साइड शिफ्ट होएगी। अगर राइट साइड शिफ्ट हो जाएगी E1 तो E2 न्यू इक्विलिब्रियम बनेगा, तब कहते पॉजिटिव इफेक्ट देखने को मिलेगा रेट ऑफ इंटरेस्ट ਦੇ ਵਿੱਚ ਵੀ ਤੇ ਇਨਕਮ ਐਂਡ ਆਊਟਪੁੱਟ ਲੈਵਲ ਦੇ ਵਿੱਚ ਵੀ। ਤਾਂ ਇਹ ਤਾਂ ਸੀਗਾ ਸ਼ਿਫਟ ਇਨ IS ਕਰਵ ਕਿ ਜਿਹੜੀ IS ਕਰਵ ਹੈ ਉਹ ਸ਼ਿਫਟ ਹੋ ਸਕਦੀ ਹੈ। ਐਂਡ ਦ ਨੈਕਸਟ ਇਜ਼ ਸ਼ਿਫਟ ਇਨ ਦਾ LM ਕਰਵ ਕਿ ਜਦੋਂ ਜਿਹੜੀ LM ਕਰਵ ਹੈ ਆਪਣੀ ਉਹ ਸ਼ਿਫਟ ਹੋਵੇ, ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਉਹ एक्स एक्सिस ਤੇ ਇਨਕਮ ਐਂਡ ਆਊਟਪੁੱਟ ਲੈਵਲ ਲਿਖਤਾ ਹੋਇਆ ਹੈ, OY ਤੇ ਇੰਟਰਸਟ ਰੇਟ ਲਿਖਤਾ ਹੋਇਆ ਹੈ, ਤੇ ਉਸ ਤੋਂ ਬਾਅਦ ਕਹਿੰਦੇ ਸ਼ਿਫਟ ਇਨ LM ਕਰਵ ਹੈ। ਤੁਸੀਂ ਅਸਿਊਮ ਕਰ ਸਕਦੇ ਹੋ ਕਿ ਇਨੀਸ਼ੀਅਲ ਜਿਹੜੀ ਆਪਣੀ IS1 ਕਰਵ ਹੈ ਦਿਸ ਇਜ਼ ਅ ਇਨਵੈਸਟਮੈਂਟ ਸੇਵਿੰਗ ਕਰਵ ਗੁड्स ਮਾਰਕੀਟ ਦੀ, ਤੇ ਜਿਹੜੀ LM1 ਕਰਵ ਹੈ ਦਿਸ ਇਜ਼ ਅ ਮਨੀ ਮਾਰਕੀਟ ਦੀ ਕਰਵ, ਠੀਕ ਹੈ। ਤਾਂ E1 point is a equilibrium point, ठीक है। E1 is a initial equilibrium point ਜਿੱਥੇ ਕਹਿੰਦੇ ਆਪਣਾ rate of interest I2 ਹੈ, ਤੇ ਜਿਹੜਾ ਇਨਕਮ ਤੇ ਆਊਟਪੁੱਟ ਹੈ ਉਹ ਕਿੰਨੀ ਹੈ Y1 ਹੈ। ਕਹਿੰਦੇ ਅਸਿਊਮ ਕਰੋ ਕਿ ਅਗਰ ਇਨਕਰੀਜ਼ ਇਨ ਦਾ ਮਨੀ ਸਪਲਾਈ ਇਨ ਦਾ ਇਕਨੋਮੀ, ਜੇ ਆਪਣੀ ਇਕਨੋਮੀ ਦੇ ਵਿੱਚ ਜਿਹੜੀ ਮਨੀ ਸਪਲਾਈ ਆ ਉਹ ਇਨਕਰੀਜ਼ ਹੋ ਜਾਵੇ, ਤਾਂ ਦੇਖੋ ਜੇ ਮਨੀ ਦੀ ਸਪਲਾਈ ਇਨਕਰੀਜ਼ ਹੋ ਜਾਵੇ ਤਾਂ ਰੇਟ ਆਫ ਇੰਟਰਸਟ ਡਿਕਰੀਜ਼ ਹੋ ਜਾਂਦਾ ਹੈ। ਤਾਂ ਮਨੀ ਦੀ ਸਪਲਾਈ ਇਨਕਰੀਜ਼ ਹੋਣ ਦੇ ਨਾਲ ਜਿਹੜੀ LM ਕਰਵ ਹੈ ਉਹ ਰਾਈਟਵਰਡ ਸ਼ਿਫਟ ਹੋ ਜਾਏਗੀ, LM1 ਕਰਵ ਦੇ ਪੈਰਲਲ ਰਾਈਟਵਰਡ ਜਿਹੜੀ ਨਿਊ ਕਰਵ ਸ਼ਿਫਟ ਹੋ ਜਾਏਗੀ ਦੈਟ ਇਜ਼ ਅ LM2 ਕਰਵ। ਰੀਜ਼ਨ ਕੀ ਆ ਕਿ ਮਨੀ ਦੀ ਸਪਲਾਈ ਆਪਣੀ ਇਕਨੋਮੀ ਦੇ ਵਿੱਚ ਇਨਕਰੀਜ਼ ਹੋਗੀ, ਦੈਨ ਕਹਿੰਦੇ ਇਕੁਇਲਿਬ੍ਰੀਅਮ ਚੇਂਜ ਹੋ ਜਾਏਗਾ E1 ਤੋਂ E2 ਨਿਊ ਜਿਹੜਾ ਇਕੁਇਲਿਬ੍ਰੀਅਮ ਹੈ ਆਪਣਾ ਬਣ ਜਾਏਗਾ। E1 ਇਨੀਸ਼ੀਅਲ ਇਕੁਇਲਿਬ੍ਰੀਅਮ ਸੀ, ਨਾਓ ਦਾ E2 ਇਜ਼ ਅ ਨਿਊ ਇਕੁਇਲਿਬ੍ਰੀਅਮ, ਠੀਕ ਹੈ। ਤਾਂ E2 ਨੂੰ ਜਿਹੜਾ ਹੈ E2 ਨਿਊ ਇਕੁਇਲਿਬ੍ਰੀਅਮ ਬਣਨ ਦੇ ਨਾਲ ਜਦੋਂ ਮਨੀ ਦੀ ਸਪਲਾਈ ਇਨਕਰੀਜ਼ ਹੋਗੀ ਤਾਂ LM ਕਰਵ ਰਾਈਟਵਰਡ ਸ਼ਿਫਟ ਹੋਗੀ LM2 ਤੇ, ਤਾਂ ਉਹ ਆਪਣੀ IS1 ਕਰਵ ਨੂੰ E2 ਤੇ ਕੱਟ ਕਰ ਰਹੀ ਹੈ। ਤਾਂ E2 ਕੀ ਸ਼ੋ ਕਰ ਰਿਹਾ ਸਾਨੂੰ ਕਿ ਰੇਟ ਆਫ ਇੰਟਰਸਟ ਜਿਹੜਾ ਮਨੀ ਦੀ ਸਪਲਾਈ ਇਨਕਰੀਜ਼ ਹੋਣ ਦੇ ਨਾਲ ਡਿਕਰੀਜ਼ ਹੋ ਗਿਆ, ਡਿਕਰੀਜ਼ ਹੋ ਕੇ ਕਿੰਨਾ ਹੋ ਗਿਆ I1 ਤੋਂ I2 ਤੇ ਆ ਗਿਆ। ਐਂਡ ਜਿਹੜੀ ਇਨਕਮ ਐਂਡ ਆਊਟਪੁੱਟ ਲੈਵਲ ਸੀਗੀ ਉਹ ਵੀ ਕੀ ਹੋ ਗਿਆ ਡਿਕਰੀਜ਼ ਹੋ ਗਿਆ, Y2 ਤੋਂ ਡਿਕਰੀਜ਼ ਹੋ ਕੇ ਕਿੰਨਾ ਹੋ ਗਿਆ Y1 ਹੋ ਗਿਆ। ਇਸ ਤਰ੍ਹਾਂ ਕੀ ਆ ਆਪਣਾ ਜਿਹੜਾ
ਇਨਕਮ ਤੇ ਆਊਟਪੁੱਟ ਲੈਵਲ ਘਟ ਜਾਏਗਾ ਤੇ ਵੱਧ ਜਾਏਗਾ ਤੇ ਰੇਟ ਆਫ ਇੰਟਰਸਟ ਘਟ ਜਾਏਗਾ। ਹੁਣ ਦੇਖੋ ਤੁਸੀਂ ਇੱਥੇ ਕੀ ਆ, ਮਨੀ ਦੀ ਸਪਲਾਈ ਇਨਕਰੀਜ਼ ਹੋਣ ਦੇ ਨਾਲ ਆਪਣੀ ਆਊਟਪੁੱਟ ਤੇ ਇਨਕਮ ਇਨਕਰੀਜ਼ ਹੋਗੀ, ਉਹ y1 ਤੋਂ ਇਨਕਰੀਜ਼ ਹੋ ਕੇ ਉਹ y2 ਹੋਗੀ। ਕਿੰਨਾ ਇਨਕਰੀਜ਼ ਹੋ ਗਿਆ, y1 y2 ਇਨਕਰੀਜ਼ ਹੋ ਗਿਆ। ਤੇ ਰੇਟ ਆਫ ਇੰਟਰਸਟ ਕਿੰਨਾ ਘਟਿਆ, I1 ਤੋਂ I2 ਘਟਿਆ। ਰੇਟ ਆਫ ਇੰਟਰਸਟ ਦੇ ਵਿੱਚ ਜ਼ਿਆਦਾ ਚੇਂਜ ਹੈ, ਲੇਕਿਨ ਆਪਣੀ ਇਨਕਮ ਐਂਡ ਆਊਟਪੁੱਟ ਦਾ ਜਿਹੜਾ ਲੈਵਲ ਹੈ ਉਹ ਥੋੜਾ ਜਿਹਾ ਘੱਟ ਵਧਿਆ ਹੈ। ਤਾਂ ਇਹ ਸੀਗਾ ਆਪਣਾ ਕਿ ਅਗਰ ਦੂਸਰੀ ਤਰਫ ਅਗਰ ਡਿਕਰੀਜ਼ ਇਨ ਮਨੀ ਸਪਲਾਈ ਹੋਵੇ, ਹੁਣ ਤੁਸੀਂ ਇਹ ਵੀ ਦੇਖ ਲਓ ਕਿ ਡਿਕਰੀਜ਼ ਇਨ ਮਨੀ ਸਪਲਾਈ ਹੈ ਤਾਂ ਕੀ ਹੋਏਗਾ। मान लो इनिशियल जी अपनी IS1 कर्व है, इन्वेस्टमेंट सेविंग कर्व, ते LM2 अपनी इनिशियल मनी मार्केट की कर्व जी E2 पॉइंट IS1 कर्व ਨੂੰ ਕੱਟ ਰਹੀ ਹੈ, ਇੰਟਰਸੈਕਟ ਕਰ ਰਹੀ ਹੈ। ਤਾਂ E2 इज अ इनिशियल इक्विलिब्रियम ਜਿਹਦੇ ਰੇਟ ਆਫ ਇੰਟਰਸਟ I2 ਹੈ ਤੇ ਆਪਣੀ ਇਨਕਮ ਐਂਡ ਆਊਟਪੁੱਟ ਕਿੰਨੀ ਹੈ, Y2 ਹੈ, ਜੋ ਆਪਾਂ ਪ੍ਰੋਡਿਊਸ ਕਰ ਰਹੇ ਹਾਂ, ਇਕੁਇਲਿਬ੍ਰੀਅਮ। ਠੀਕ ਹੈ। ਐਂਡ ਅਗਰ ਕਹਿੰਦੇ ਜਿਹੜੀ ਮਨੀ ਦੀ ਸਪਲਾਈ ਹੈ ਡਿਕਰੀਜ਼ ਹੋ ਜਾਵੇ, ਤਾਂ ਮਨੀ ਦੀ ਸਪਲਾਈ ਡਿਕਰੀਜ਼ ਹੋਣ ਦੇ ਨਾਲ ਕੀ ਆ, LM2 ਕਰਵ ਦੇ ਪੈਰਲਲ ਨਿਊ ਜਿਹੜੀ ਕਰਵ ਹੈ LM ਕਰਵ ਬਣ ਜਾਏਗੀ, दैट इज अ LM1 ਕਰਵ। ਤਾਂ LM1 ਕਰਵ IS1 ਕਰਵ ਨੂੰ E1 ਪੁਆਇੰਟ ਤੇ ਕੱਟ ਕਰੇਗੀ। E1 ਇਜ਼ ਅ ਨਿਊ ਇਕੁਇਲਿਬ੍ਰੀਅਮ ਪੁਆਇੰਟ, ਜੋ ਕੀ ਸ਼ੋ ਕਰ ਰਿਹਾ ਹੈ ਕਿ ਮਨੀ ਦੀ ਸਪਲਾਈ ਹੈ ਜਿਹੜੀ ਡਿਕਰੀਜ਼ ਹੋਣ ਦੇ ਨਾਲ ਰੇਟ ਆਫ ਇੰਟਰਸਟ ਜਿਹੜਾ ਉਹ ਇਨਕਰੀਜ਼ ਹੋ ਗਿਆ I2 ਤੋਂ I1, ਜਿਹਦੇ ਨਾਲ ਇਨਕਮ ਤੇ ਆਊਟਪੁੱਟ ਲੈਵਲ ਡਿਕਰੀਜ਼ ਹੋ ਗਿਆ Y2 ਤੋਂ Y1। ਇਹ ਕਹਿੰਦੇ ਨੈਗੇਟਿਵ ਇਫੈਕਟ ਪੈ ਰਹੇ ਆਪਣਾ ਇਨਕਮ ਐਂਡ ਆਊਟਪੁੱਟ ਤੇ। कहते assume price level is constant and increase in money supply result and increase in the supply of real balances as consequence of which there is a decline in rate of interest। ਕਹਿੰਦੇ ਅਗਰ ਮਨੀ ਸਪਲਾਈ ਇਨਕਰੀਜ਼ ਹੋਇਆ ਤਾਂ ਇਹਦਾ ਮਤਲਬ ਕਿ ਰੀਅਲ ਜਿਹੜੀ ਆਪਣੀ ਬੈਲੈਂਸਿਸ ਨੇ ਉਹਦੇ ਵਿੱਚ ਇਨਕਰੀਜ਼ ਹੋਇਆ ਹੈ, ਜਿਹਦੇ ਥਰੂ ਰੇਟ ਆਫ ਇੰਟਰਸਟ ਡਿਕਰੀਜ਼ ਹੋ ਜਾਏਗਾ। ਅਗਰ ਕਹਿੰਦੇ ਮਨੀ ਸਪਲਾਈ ਡਿਕਰੀਜ਼ ਹੋਈ ਹੈ ਤਾਂ ਇਹਦਾ ਮਤਲਬ ਰੀਅਲ ਬੈਲੈਂਸਿਸ ਦੇ ਵਿੱਚ ਡਿਕਰੀਜ਼ ਹੋਇਆ ਹੈ, ਇਹਦਾ ਮਤਲਬ ਜਿਹੜਾ ਰੇਟ ਆਫ ਇੰਟਰਸਟ ਹੈ ਇਨਕਰੀਜ਼ ਹੋ ਜਾਏਗਾ। कहते a decline in rate of interest lead to increase in the level of investment in the economy as a result of which there is a increase in a output level। ਹੁਣ ਦੇਖੋ ਜਦੋਂ ਮਨੀ ਦੀ ਸਪਲਾਈ ਇਨਕਰੀਜ਼ ਹੋ ਗਈ ਸੀਗੀ LM1 ਤੋਂ LM2 ਤੇ ਨਿਊ ਕਰਵ ਤੇ ਆ ਗਏ ਸੀ ਆਪਾਂ, E2 is a new equilibrium, ਤਦ ਕਹਿੰਦੇ ਰੇਟ ਆਫ ਇੰਟਰਸਟ ਡਿਕਰੀਜ਼ ਹੋ ਗਿਆ ਸੀ I1 ਤੋਂ I2। ਜਦੋਂ ਸਾਨੂੰ ਕੀ ਪਤਾ ਲੱਗਦਾ ਹੈ ਕਿ ਅਗਰ ਰੇਟ ਆਫ ਇੰਟਰਸਟ ਡਿਕਰੀਜ਼ ਹੋਏਗਾ ਤਾਂ ਮਨੀ ਦੀ ਸਪਲਾਈ ਇਨਕਰੀਜ਼, ਰੇਟ ਆਫ ਇੰਟਰਸਟ ਡਿਕਰੀਜ਼। ਠੀਕ ਹੈ। ਤਾਂ ਫਿਰ ਕੀ ਹੋਏਗਾ, ਰੇਟ ਆਫ ਇੰਟਰਸਟ ਡਿਕਰੀਜ਼ ਹੋਣ ਦੇ ਨਾਲ ਜਿਹੜੀ ਇਨਵੈਸਟਮੈਂਟ ਆ ਉਹ ਜ਼ਿਆਦਾ ਹੋ ਜਾਏਗੀ। ਅਗਰ ਇਨਵੈਸਟਮੈਂਟ ਜ਼ਿਆਦਾ ਹੋਏਗੀ ਤਾਂ ਇਨਕਮ ਤੇ ਆਊਟਪੁੱਟ ਮੀਨਸ ਪ੍ਰੋਡਕਸ਼ਨ ਵੀ ਕੀ ਹੋਏਗੀ, ਜ਼ਿਆਦਾ ਹੋਏਗੀ, ਜੋ ਕਿ ਇੱਥੇ ਹੋ ਰਹੀ ਆ। ਰੇਟ ਆਫ ਇੰਟਰਸਟ ਦੇ ਵਿੱਚ ਇਨਕਰੀਜ਼ ਹੋਣ ਦੇ ਨਾਲ I1 ਤੋਂ I2 ਜਿਹੜਾ ਆਪਣਾ ਇਨਕਮ ਤੇ ਆਊਟਪੁੱਟ ਮੀਨਸ ਪ੍ਰੋਡਕਸ਼ਨ ਉਹਦੇ ਵਿੱਚ ਇਨਕਰੀਜ਼ ਹੋ ਗਿਆ Y1 ਤੋਂ Y2, ਕਿਉਂਕਿ ਪ੍ਰੋਡਕਸ਼ਨ ਕੀ ਆ, ਆਪਣੀ ਇਨਵੈਸਟਮੈਂਟ ਕੀ ਆ, ਉਹਦੇ ਇਨਵੈਸਟਮੈਂਟ ਦੇ ਥਰੂ ਪ੍ਰੋਡਕਸ਼ਨ ਕੀ ਹੋ ਰਹੀ ਆ, ਇਨਕਰੀਜ਼ ਹੋ ਰਹੀ ਆ। ਇਹਦਾ ਸੀਗਾ ਸ਼ਿਫਟ ਇਨ LM ਕਰਵ। ਹੁਣ ਕਹਿੰਦੇ ਸਿਮਲਟੇਨੀਅਸ ਇਕੁਇਲਿਬ੍ਰੀਅਮ, ਜਿੱਥੇ ਦੋਨੇ ਕਰਵਸ ਇੱਕ ਦੂਸਰੇ ਨੂੰ ਕੱਟ ਰਹੀਆਂ ਨੇ, ਐਂਡ ਉਸ ਤੋਂ ਬਾਅਦ ਅਗਰ ਸ਼ਿਫਟ ਹੋ ਗਿਆ ਇਕੁਇਲਿਬ੍ਰੀਅਮ ਤਾਂ ਉਹਦੇ ਟੂ ਰੀਜ਼ਨਸ ਹੋ ਸਕਦੇ ਨੇ, ਸ਼ਿਫਟ ਇਨ IS ਕਰਵ ਐਂਡ ਸ਼ਿਫਟ ਇਨ LM ਕਰਵ, ਜੋ ਤੁਸੀਂ ਹੁਣ ਦੇਖ ਚੁੱਕੇ ਹੋ। ਐਂਡ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਇਕੁਇਲਿਬ੍ਰੀਅਮ ਐਂਡ ਐਡਜਸਟਮੈਂਟ ਪ੍ਰੋਸੈਸ, ਕਿ ਕਿਸ ਤਰ੍ਹਾਂ ਜਿਹੜੀ IS ਤੇ LM ਕਰਵ ਹੈ ਇਹਦੇ ਵਿੱਚ ਆਪਣੇ ਆਪ ਐਡਜਸਟਮੈਂਟ ਦੇ ਥਰੂ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਆ ਜਾਏਗੀ। ਤਾਂ ਇਹਨਾਂ ਦੇ ਵਿੱਚ ਇਕੋਨਮੀ ਦੇ ਵਿੱਚ ਜਿਹੜਾ ਐਡਜਸਟਮੈਂਟ ਪ੍ਰੋਸੈਸ ਆ ਦੋਨਾਂ ਸੈਕਟਰਸ ਦੇ ਥਰੂ ਕਿੱਦਾਂ ਹੁੰਦਾ ਹੈ, ਤੇ ਐਡਜਸਟਮੈਂਟ ਟੂਵਰਡਸ ਇਕੁਇਲਿਬ੍ਰੀਅਮ ਤੇ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਕਿੱਥੇ ਹੋਏਗੀ। ਤਾਂ ਇਕੁਇਲਿਬ੍ਰੀਅਮ ਐਂਡ ਐਡਜਸਟਮੈਂਟ ਪ੍ਰੋਸੈਸ ਦੇ ਬਾਰੇ ਆਪਾਂ ਪੜਾਂਗੇ ਹੁਣ। ਤਾਂ ਸਭ ਤੋਂ ਪਹਿਲਾਂ ਦੇਖੋ ਕਿ ਆਪਾਂ ਨੇ ਕੀ ਦੇਖਿਆ ਸੀਗਾ, ਇਕੁਇਲਿਬ੍ਰੀਅਮ ਆਊਟਪੁੱਟ ਐਂਡ ਇੰਟਰਸਟ ਰੇਟ ਆਰ ਰਿਅਲਾਈਜ਼ਡ ਐਟ ਦਾ ਇੰਟਰੈਕਸ਼ਨ ਆਫ IS ਐਂਡ LM ਕਰਵ, ਕਿ ਜਿੱਥੇ ਟੂ ਸੈਕਟਰਸ ਦੇ ਵਿੱਚ, ਜਿਵੇਂ ਕਿ ਮੋਨਟਰੀ ਮਾਰਕੀਟ ਤੇ ਆਪਣੀ ਗੁੱਡਸ ਮਾਰਕੀਟ ਦੇ ਵਿੱਚ ਮੋਨਟਰੀ ਮਾਰਕੀਟ LM ਕਰਵ ਐਂਡ ਗੁੱਡਸ ਮਾਰਕੀਟ IS ਕਰਵ, ਕਹਿੰਦੇ ਜਿੱਥੇ ਦੋਨੇ ਇੱਕ ਦੂਸਰੇ ਨੂੰ ਇੰਟਰਸੈਕਟ ਕਰਨਗੀਆਂ ਉੱਥੇ ਇੰਟਰਸਟ ਰੇਟ ਤੇ ਜਿਹੜੀ ਆਪਣੀ ਆਊਟਪੁੱਟ ਆ ਉਹ ਕੀ ਹੋਏਗੀ, ਫਿਕਸ ਹੋਏਗੀ ਮਾਰਕੀਟ ਦੇ ਵਿੱਚ ਡਿਫਰੈਂਟ ਫਰਮਸ ਦੇ ਥਰੂ। ਤਾਂ ਮਾਰਕੀਟ ਕਹਿੰਦੇ ਬੈਕ ਟੂ ਦਾ ਇਕੁਇਲਿਬ੍ਰੀਅਮ ਆਫ ਦਾ ਇਕੋਨਮੀ ਆਊਟਸਾਈਡ, ਮੀਨਸ ਜੇ ਅਗਰ ਆਊਟਸਾਈਡ ਹੋਵੇ ਮੀਨਸ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਤੇ ਨਾ ਹੋਵੇ, ਉੱਪਰ ਜਾਂ ਥੱਲੇ ਹੋਵੇ LM ਤੇ IS ਕਰਵਸ ਦੇ ਕੋਈ ਵੀ ਪੁਆਇੰਟ, ਤਾਂ ਕਿੱਦਾਂ ਇਕੋਨਮੀ ਪ੍ਰੋਸੈਸ ਕਰੇਗੀ ਕਿ ਆਪਾਂ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਤੇ ਪਹੁੰਚ ਜਾਵਾਂਗੇ। ਤਾਂ ਇਹਦੇ ਕਹਿੰਦੇ ਕੀ ਆ, ਆਪਾਂ ਐਪਰੀਸੀਏਟ ਕਰਦੇ ਆ ਟੂ ਪੁਆਇੰਟਸ ਨੂੰ, ਜਿਹੜੇ ਇਹਦੇ ਮੇਨ ਰੀਜ਼ਨਸ ਨੇ। ਕਹਿੰਦੇ ਕੀ ਹੁੰਦਾ, ਫਰਸਟਲੀ ਇਫ देयर इज एन एक्सेस डिमांड फॉर मनी,
जेकर कहते एक्सैस डिमांड फॉर मनी है, कहते इंटरस्ट रेट विल इनक्रीज। तुहानू पता ही है कि अगर मनी की डिमांड है मनी की सप्लाई के नालों ज्यादा है तो रेट ऑफ इंटरस्ट की है इंक्रीज हो जाएगा। कहते द इंटरेस्टेड विल फॉल इन केस व्हेन ऑब्जर्व एक्सेस सप्लाई ऑफ मनी। लेकिन अगर एक्सेस सप्लाई है मींस ज्यादा सप्लाई है मनी की डिमांड घट है तो रेट ऑफ इंटरेस्ट की हो जाएगा डिक्रीज हो जाएगा। इस तरह मनी की डिमांड ते सप्लाई जिथे इक्वल होती है उत्थे रेट ऑफ इंटरेस्ट फिक्स होता है, लेकिन मनी की डिमांड ज्यादा होने रेट ऑफ इंटरेस्ट इंक्रीज हो जाएगा, मनी की सप्लाई ज्यादा होने रेट ऑफ इंटरेस्ट डिक्रीज हो जाएगा। ਤਾਂ ਤੁਸੀਂ ਦੇਖ ਸਕਦੇ ਹੋ ਸੈਕੰਡ ਰੀਜ਼ਨ ਹੈ ਐਕਸੈਸ ਡਿਮਾਂਡ ਫॉर ਗੁੱਡਸ। ਇਹ ਤਾਂ ਸੀਗਾ ਮਨੀ ਮਾਰਕੀਟ ਦਾ ਕਿ ਮਨੀ ਮਾਰਕੀਟ ਦੇ ਵਿੱਚ ਜਿਹੜੀ ਆਪਣੀ ਐਲਐਮ ਕਰਵ ਹੈ ਉਹਦਾ ਕੀ ਰੋਲ ਹੈ। ਐਂਡ ਆਈਐਸ ਕਰਵ ਕਹਿੰਦੇ ਕਿਸ ਤਰ੍ਹਾਂ ਅਫੈਕਟ ਕਰਦੀ ਆ ਐਕਸੈਸ ਡਿਮਾਂਡ ਫॉर ਗੁੱਡਸ ਲੀਡ ਟੂ ਐਨ ਇਨਕਰੀਜ਼ ਇਨ ਆਊਟਪੁੱਟ ਐਂਡ ਐਕਸੈਸ। ਜਿਹੜੀ ਐਕਸੈਸ ਡਿਮਾਂਡ ਫॉर ਗੁੱਡ ਹੈ ਉਹਦੇ ਥਰੂ ਕੀ ਹੁੰਦਾ ਹੈ ਇਨਕਰੀਜ਼ ਇਨ ਆਊਟਪੁੱਟ। ਜਦੋਂ ਗੁੱਡਸ ਦੀ ਡਿਮਾਂਡ ਗੁੱਡਸ ਦੀ ਸਪਲਾਈ ਤੋਂ ਜ਼ਿਆਦਾ ਹੋਏਗੀ ਤਾਂ ਆਪਾਂ ਡਿਮਾਂਡ ਨੂੰ ਦੇਖਦੇ ਹੋਏ ਗੁੱਡਸ ਦੀ ਸਪਲਾਈ ਨੂੰ ਵੀ ਕੀ ਕਰਾਂਗੇ ਇਨਕਰੀਜ਼ ਕਰਾਂਗੇ। दूसरी तरफ जी एक्सेस सप्लाई ऑफ गुड्स है वो की करती है लीड्स टू डिक्लाइन इन आउटपुट। अगर एक्सेस सप्लाई है तो जी अपनी आउटपुट हो जाती है डिक्रीज हो जाती है क्योंकि पहला ही अपने को बफर स्टॉक पिया होता है ਤਾਂ ਆਪਾਂ ਕੀ ਕਰਦੇ ਆ ਜਿਹੜੀ ਵਾਧੂ ਸਪਲਾਈ ਉਹਨੂੰ ਸਟਾਕ ਕਰਕੇ ਰੱਖਦੇ ਆ, ਨਿਊ ਸਪਲਾਈ ਆਪਣੀ ਨਿਊ ਪ੍ਰੋਡਕਸ਼ਨ ਆਪਾਂ ਨਹੀਂ ਕਰਦੇ, ਪ੍ਰੋਡਕਸ਼ਨ ਘਟਾ ਦਿੰਦੇ ਆ। ਕਹਿੰਦੇ ਇਟ ਇਨਵੋਲਵਸ ਰਨ ਡਾਊਨ ਆਫ ਇਨਵੈਂਟਰੀ ਵਿਦ ਦਾ ਫਰਮਸ ਹੀਲ ਦਾ ਲੇਟਰ ਲੀਡਸ ਟੂ ਅਕਮੂਲੇਸ਼ਨ ਆਫ ਦਾ ਇਨਵੈਂਟਰੀਜ਼। ਹੁਣ ਆਪਾਂ ਇਹਨਾਂ ਦੋਨਾਂ ਦੀ ਗੱਲ ਕਰਦੇ ਹਾਂ ਜੋ ਆਪਾਂ ਨੇ ਪੁਆਇੰਟਸ ਕੀਤੇ ਨੇ ਡਾਇਗਰਾਮ ਦੇ ਥਰੂ ਕਿ ਕਿਸ ਤਰ੍ਹਾਂ ਜਿਹੜੀ ਹੈ ਆਪਣੇ ਆਪ ਜਿਹੜੀ ਐਡਜਸਟਮੈਂਟ ਪ੍ਰੋਸੈਸ ਦੇ ਥਰੂ ਇਕਨੋਮੀ ਜਿਹੜੀ ਇਕੁਇਲਿਬਰੀਅਮ ਦੀ ਪੋਜੀਸ਼ਨ ਤੇ ਆ ਜਾਏਗੀ। ਤਾਂ ਇਹਨਾਂ ਦੋਨਾਂ ਡਾਇਗਰਾਮਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਐਕਸ ਐਕਸਿਸ ਤੇ ਇਨਕਮ ਐਂਡ ਆਊਟਪੁੱਟ ਲਿੱਤੀ ਹੋਈ ਹੈ, ਉਹ ਵਾਈ ਤੇ ਇੰਟਰਸਟ ਰੇਟ ਲਿੱਤਾ ਹੋਇਆ ਹੈ। ਠੀਕ ਹੈ, ਕਿਉਂਕਿ ਟੂ ਜਿਹੜੀ ਹੈ ਇਹ ਜਿਹੜੀ ਟੂ ਕਰਵਸ ਨੇ ਇਹ ਇਹਨਾਂ ਤੇ ਹੀ ਕਿਨੇ ਡਿਪੈਂਡ ਨੇ। ਤਾਂ ਉਸ ਤੋਂ ਬਾਅਦ ਕਹਿੰਦੇ ਅਗਰ ਤੁਸੀਂ ਫਿਗਰ 3.4 ਦੇਖ ਰਹੇ ਹੋ ਤਾਂ ਉਹਦੇ ਵਿੱਚ ਕਹਿੰਦੇ ਕੀ ਹੈ which shows the adjustment process that market follows to regain equilibrium if there is some shocks and disturbance। ਕਹਿੰਦੇ ਕਿਸ ਤਰ੍ਹਾਂ ਜਿਹੜਾ ਇਕੁਇਲਿਬਰੀਅਮ ਹੈ ਰੀਗੇਨ ਕੀਤਾ ਜਾ ਸਕਦਾ ਹੈ ਅਗਰ ਕਹਿੰਦੇ ਕੁਝ ਡਿਸਟਰਬੈਂਸ ਹੋਣ ਤੇ ਕੁਝ ਸ਼ੌਕ ਹੋਣ। ਕਹਿੰਦੇ ਲੈਟ ਅਸ ਅਸਿਊਮ ਦੈਟ ਅਸੀਂ ਇਹ ਮੰਨ ਲੈਂਦੇ ਆ ਕਿ economy is operating at a point which is not on the IS and LM curve। ਕਹਿੰਦੇ ਇਕਨੋਮੀ ਉੱਥੇ ਆਪਰੇਟ ਕਰ ਰਹੀ ਹੈ ਜਿਹੜਾ IS ਤੇ LM curve ਤੇ ਕੋਈ ਵੀ ਪੁਆਇੰਟ ਨਹੀਂ ਹੈਗਾ। ਠੀਕ ਹੈ, 3.4 ਦੇ ਵਿੱਚ ਕਹਿੰਦੇ ਫਿਊ ਪੁਆਇੰਟਸ ਨੇ ਜਿਵੇਂ ਕਿ ਆਪਾਂ ਅਸਿਊਮ ਕੀਤੇ ਨੇ ਕੋਈ ਵੀ E ਤੋਂ ਤੁਸੀਂ ਲੈਫਟ ਤੇ ਰਾਈਟ ਉੱਪਰ ਲੈ ਸਕਦੇ ਹੋ ਜਿਹੜਾ LM ਤੇ IS curve ਤੇ ਜਾਂ ਨੀਚੇ ਲੈ ਸਕਦੇ ਹੋ ਜਿਵੇਂ ਕਿ FGHK which do not reflect the equilibrium in the money market as well as goods market। For such points how does the economy each towards equilibrium। ਤਾਂ ਇਹਨਾਂ ਪੁਆਇੰਟਸ ਦੇ ਥਰੂ ਕਿਸ ਤਰ੍ਹਾਂ ਜਿਹੜੀ ਆਪਣੀ ਮਨੀ ਮਾਰਕੀਟ ਤੇ ਜਿਹੜੀ ਗੁੱਡਸ ਮਾਰਕੀਟ ਇਕੁਇਲਿਬਰੀਅਮ ਦੇ ਵਿੱਚ ਆਏਗੀ। ਤਾਂ ਫਸਟ ਡਾਇਗਰਾਮ ਦੇ ਵਿੱਚ ਤਾਂ E ਪੁਆਇੰਟ ਤੇ ਤਾਂ ਇਕੁਇਲਿਬਰੀਅਮ ਦੀ ਪੋਜੀਸ਼ਨ ਹੈ ਕਿਉਂਕਿ IL ਤੇ SM ਕਰਵ ਇੱਕ ਦੂਸਰੇ ਨੂੰ ਕੱਟ ਕਰ ਰਹੇ ਨੇ। ਲੇਕਿਨ ਅਗਰ ਇਹ ਇਕੁਇਲਿਬਰੀਅਮ ਦੀ ਪੋਜੀਸ਼ਨ ਨਾ ਹੋਵੇ ਆਪਾਂ ਅਸਿਊਮ ਕਰ ਲਈਏ ਕਿ ਕੋਈ 4 ਪੁਆਇੰਟਸ ਨੇ ਜਿਹੜੇ LM ਤੇ IS ਕਰਵ ਸੇ ਉੱਪਰ ਜਾਂ ਨੀਚੇ ਨੇ ਤਾਂ ਅਸੀਂ ਕੀ ਕਰਾਂਗੇ। ਕਹਿੰਦੇ ਐਨੀ ਪੁਆਇੰਟ ਟੂ ਦਾ ਲੈਫਟ ਆਫ ਦਾ LM ਕਰਵ ਸ਼ੋ ਐਕਸੈਸ ਸਪਲਾਈ ਆਫ ਦਾ ਮਨੀ। ਕਿ ਕੋਈ ਵੀ ਪੁਆਇੰਟ ਹੈ ਜਿਹੜਾ ਲੈਫਟ ਹੋਵੇ LM ਕਰਵਸ ਤੇ LM ਕਰਵ ਦੇ ਲੈਫਟ ਹੋਵੇ ਤਾਂ ਉਹ ਕੀ ਸ਼ੋ ਕਰਦਾ ਹੈ ਐਕਸੈਸ ਡਿਮਾਂਡ ਫॉर ਮਨੀ। ਵੀ ਜਿਹੜਾ IS ਕਰਵ ਤੇ ਹੋਵੇ ਉਹ ਐਕਸੈਸ ਡਿਮਾਂਡ ਫॉर ਮਨੀ ਸ਼ੋ ਕਰਦਾ ਹੈ, excess supply of money show करता है। on the other hand any point to the right of the LM curve shows excess demand of money। अगर right side है तो excess demand for money, अगर left side है तो excess supply of money show करता है। तो any point to the left of the IS curve show excess demand for goods। IS कर्व ਦੇ ਲੈਫਟ ਸਾਈਡ ਕੋਈ ਵੀ ਪੁਆਇੰਟ ਹੈ ਜੋ ਉੱਪਰ ਵਾਲਾ A ਪੁਆਇੰਟ ਤੋਂ ਉੱਪਰ ਵਾਲਾ ਲੈਫਟ ਵਾਲਾ ਉਹ ਕੀ ਕਰਦਾ ਐਕਸੈਸ ਡਿਮਾਂਡ ਫॉर द ਗੁੱਡਸ ਕਿਉਂਕਿ ਇੱਥੇ ਗੁੱਡਸ ਮਾਰਕੀਟ ਹੈ IS ਤੇ ਗੁੱਡਸ ਮਾਰਕੀਟ ਹੈ ਤਾਂ ਉੱਪਰ ਵਾਲਾ ਲੈਫਟ ਸਾਈਡ IS ਤੇ ਕੀ ਕਰੇਗਾ ਐਕਸੈਸ ਡਿਮਾਂਡ ਫॉर द ਗੁੱਡਸ ਐਂਡ IS ਦੇ ਰਾਈਟ ਸਾਈਡ ਵਾਲਾ ਜੋ E ਤੋਂ ਨੀਚੇ ਹੈ ਉਹ ਕੀ ਕਰੇਗਾ ਐਕਸੈਸ ਸਪਲਾਈ ਆਫ ਦਾ ਗੁੱਡਸ। ਠੀਕ ਹੈ, ਇਕੁਇਲਿਬਰੀਅਮ ਦੀ ਪੋਜੀਸ਼ਨ ਨਹੀਂ ਸ਼ੋ ਕਰੇਗਾ, ਐਕਸੈਸ ਡਿਮਾਂਡ ਐਕਸੈਸ ਸਪਲਾਈ ਨੂੰ ਹੀ ਕਰੇਗਾ शो करेगा। ਤਾਂ ਫਿਰ ਤੁਸੀਂ ਦੇਖ ਸਕਦੇ ਹੋ let us take at random point G
कहते कोई भी पॉइंट ले लो जी जो नहीं दिखाया गया एरोस से जो एरोस बने हुए ने 4 इन्हां ते कोई भी पॉइंट 4 ले सकते हो एफ जी एच के कोई भी 4 पॉइंट्स ले सकते हो जो कहते साडा डिसइक्विलिब्रियम शो कर रहे ने द एरो gives at the point g specify the direction to which adjustment take place excess demand for money will causes interest rate to rise ਜਿਹੜੀ excess demand for money है क्योंकि lm ਜਿਹੜੀ अपनी curve है ਉਹਦੇ left side की excess demand for money है तो ਇਹਦੇ थ्रू ਕੀ ਹੋਏਗਾ रेट ऑफ इंटरेस्ट ਕੀ हो जाएगा हाई चले जाएगा above चले जाएगा ठीक है तो जी आईएस कर्व है आईएस कर्व की अगर लेफ्ट साइड देखिए तो दिस इज द एक्सेस डिमांड एक्सेस सप्लाई ऑफ गुड्स एक्सेस सप्लाई ऑफ गुड्स है जिन्हें थ्रू भी रेट ऑफ इंटरेस्ट की हो जाएगा थोड़ा जिहा डाउन हो जाएगा अगर राइट साइड ई तो राइट साइड ऊपर एलएम की गल करिए हो गया एक्सेस सप्लाई ऑफ मनी अगर एक्सेस सप्लाई ऑफ मनी तो रेट ऑफ इंटरेस्ट अपने आप एरो के थ्रू की हो जाएगा डाउन हो जाएगा नीचे वाली जी आईएस कर्व है राइट साइड कर्व है ये पॉइंट तो नीचे वाला पार्ट तो वो की शो कर रहा है एक्सेस डिमांड फॉर मनी डिमांड फॉर गुड्स अगर एक्सेस डिमांड फॉर गुड्स है तो रेट ऑफ इंटरेस्ट क्योंकि एक्सेस डिमांड फॉर गुड्स के लिए सानू पैसा जाना चाहिए है मनी की डिमांड ज्यादा है तो जो आईएस कर्व है ये ऊपर वाल जाएगी ठीक है डिमांड एक्सेस डिमांड फॉर मनी तो जो रेट ऑफ इंटरेस्ट है वो हाई हो जाएगा इसी तरह अपने आप जो अपना इक्विलिब्रियम दा पोजीशन है आप उत्थे पहुंच जावांगे एक्सेस डिमांड फॉर मनी एंड एक्सेस डिमांड फॉर गुड्स एक्सेस सप्लाई ऑफ मनी एंड सप्लाई ऑफ गुड्स दे थ्रू किया अपने आप रेट ऑफ इंटरेस्ट चेंज होएगा जिने थ्रू आप इक्विलिब्रियम की पोजीशन पे आ जावांगे कहते इफ only one of these two markets is observing disequilibrium the economy reaches back to equilibrium after the adjustment process कहते ਇਹਨਾਂ टू मार्केट्स ਦੇ ਵਿੱਚ ਆਪਣੇ ਆਪ डिमांड ਤੇ ਸਪਲਾਈ ਦੇ ਥਰੂ ਰੇਟ ਆਫ ਇੰਟਰਸਟ चेंज होके अपने आप ऑटोमैटिक ਜਿਹੜੀ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਆ ਜਾਵੇਗੀ ठीक है आईएस कर्व ਦੇ ਵਿੱਚ ਕਦੇ ਆਪਣੇ ਆਪ ਗੁड्स ਦੀ ਡਿਮਾਂਡ ਗੁड्स ਦੀ ਸਪਲਾਈ ਦੇ ਇਕੁਅਲ ਹੋ ਜਾਏਗੀ ਰੇਟ ਆਫ ਇੰਟਰਸਟ ਇਨਕਰੀਜ਼ ਡਿਕਰੀਜ਼ ਹੋਣ ਦੇ ਨਾਲ ਤੇ ਮਨੀ ਮਾਰਕੀਟ ਦੇ ਵਿੱਚ ਗੁड्स ਦੀ ਡਿਮਾਂਡ ਤੇ ਗੁड्स ਜਿਹੜੀ ਮਨੀ ਦੀ ਸਪਲਾਈ ਤੇ ਮਨੀ ਦੀ ਡਿਮਾਂਡ ਹੈ ਉਹ ਆਪਣੇ ਆਪ ਐਡਜਸਟ ਹੋ ਜਾਏਗੀ ਥਰੂ ਦਾ ਰੇਟ ਆਫ ਇੰਟਰਸਟ ਤੇ ਇਹਦੇ ਵਿੱਚ ਤੁਸੀਂ ਐਡਜਸਟਮੈਂਟ ਪ੍ਰੋਸੈਸ ਇਨ ਦਾ ਇਕਨੋਮੀ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੀ 3.5 ਡਾਇਗਰਾਮ ਹੈ कि किस तरह जी एक्सैस मनी की डिमांड के थ्रू जो रेट ऑफ इंटरस्ट है हाई हो रहा है एंड ई पॉइंट पे पहुंच जाते हैं आप किस तरह एक्सैस गुड्स की जी डिमांड के रेट ऑफ इंटरस्ट हाई आप फिर ई पॉइंट पे एंड जी है डिमांड लैस होने कि रेट ऑफ इंटरस्ट डिक्रीज हो रहा है गुड्स की एंड जी डिमांड मनी की लैस होते रेट ऑफ इंटरस्ट की लैस हो रहा है सप्लाई ज़्यादा होते मनी रेट ऑफ इंटरेस्ट लैस हो रहे हैं तो इसके थ्रू इक्विलिब्रियम की पोजीशन अपने आप अपनी मार्केट के विच आ जाएगी दिस इज द एडजस्टमेंट टूवर्ड्स इक्विलिब्रियम एंड एडजस्टमेंट प्रोसेस इन द इकोनॉमी तर 3.5 की इंडिकेट कर दिया डायरेक्शन ऑफ चेंज एनी एरो मार्क्स एनी पॉइंट ऑन द आईएस कर्व अपार्ट फ्रॉम ई तो अलावा किसी भी पॉइंट पे शो इक्विलिब्रियम इन गुड्स मार्केट बट डिसइक्विलिब्रियम इन द एसेट्स मार्केट any point on the LM curve expect E show disequilibrium in the goods market ठीक है एंड इक्विलिब्रियम इन द मॉनेटरी मार्केट अगर ਆਪਾਂ E पॉइंट ਤੋਂ ਇਲਾਵਾ LM ਦੀ ਗੱਲ ਕਰੀਏ LM कर्व ਦੇ ਕਿਸੇ ਵੀ ਪੁਆਇੰਟ ਤੇ ਮॉनेटरी ਮਾਰਕੀਟ ਦੇ ਵਿੱਚ ਤਾਂ ਇਕੁਇਲਿਬ੍ਰੀਅਮ ਹੋਏਗਾ ਪਰ ਗੁੱਡਸ ਮਾਰਕੀਟ ਦੇ ਵਿੱਚ ਇਕੁਇਲਿਬ੍ਰੀਅਮ ਨਹੀਂ ਹੋਏਗਾ अगर आप आईएस की गल करिए आईएस कर्व ਦੇ ਵਿੱਚ E पॉइंट ਤੋਂ ਇਲਾਵਾ E ਤੇ ਤਾਂ ਦੋਨੇ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਤੇ ਨੇ ਲੇਕਿन E ਤੋਂ ਇਲਾਵਾ जे आप ऊपर नीचे गल करिए तो जड़ा है अपना गुड्स मार्केट के इक्विलिब्रियम होएगा लेकिन मॉनेटरी मार्केट के इक्विलिब्रियम नहीं होएगा अगर दोनों कर्व्स के थ्रू कहते आप ई पॉइंट पे आवांगे तो दोनों के विच की दोनों सैक्टर्स के विच की इक्विलिब्रियम की पोजीशन है मनी मार्केट के विच भी ते अपनी जिहड़ी है गुड्स मार्केट के विच भी ये सीगी अपनी इक्विलिब्रियम एंड एडजस्टमेंट प्रोसेस एंड द नेक्स्ट नाउ अगे आप की देखते हैं क्लासिकल एंड केन्जियन जोन्स कहते देखो आपने स्लोप्स डिस्कस कीतियां ने क्लासिकल एंड केन्जियन जोन तुहानू पता है कि क्लासिकल ते केन्जियंस ने ਜਿਹੜੇ डिफरेंट इकोनॉमिस्ट ने जिन्होंने अपने व्यूज डिफरेंट दिते ने इन्हां दे विच अपने क्लासिकल्स ते केन्जियन थ्योरीज भी कीतियां सी इनकम एंड एम्प्लॉयमेंट डिटरमिनेशन ਨੂੰ ਲੈ ਕੇ ठीक है तो क्लासिकल्स ਦੇ व्यू ਕੀ ਸੀਗੇ ਮੋਸਟਲੀ ਕਿ ਗਵਰनमेंट इंटरवेंशन ਦੀ ਲੋੜ नहीं हैगी
ਕਿ ਜਿਹੜੀ ਮਨੀ ਦੀ ਐਲਐਮ ਕਰਵ ਹੈ ਕਾਂਸਟੈਂਟ ਹੈ। ਕਲਾਸੀਕਲਸ ਕਹਿੰਦੇ ਸੀ ਕਿ ਗਵਰਨਮੈਂਟ ਇੰਟਰਵੈਂਸ਼ਨ ਦੀ ਕੋਈ ਵੀ ਲੋੜ ਨਹੀਂ ਹੈਗੀ, ਆਪਣੇ ਆਪ ਮਾਰਕੀਟ ਦੇ ਵਿੱਚ ਇਕੁਇਲਿਬਰੀਅਮ ਦੀ ਪੋਜੀਸ਼ਨ ਆ ਜਾਏਗੀ। ਠੀਕ ਹੈ, ਕੇਨਜ਼ੀਅਨ ਦਾ ਕਹਿਣਾ ਸੀਗਾ ਕਿ ਨਹੀਂ, ਗਵਰਨਮੈਂਟ ਇੰਟਰਵੈਂਸ਼ਨ ਦੀ ਲੋੜ ਹੈ, ਆਪਣੇ ਆਪ ਮਾਰਕੀਟ ਦੇ ਵਿੱਚ ਇਕੁਇਲਿਬਰੀਅਮ ਦੀ ਪੋਜੀਸ਼ਨ ਨਹੀਂ ਆਏਗੀ। ਤਾਂ ਕੇਨਜ਼ੀਅਨ ਤੇ ਕਲਾਸੀਕਲਸ ਜ਼ੋਨ ਦੀ ਗੱਲ ਕਰਦੇ ਆ। ਠੀਕ ਹੈ, ਆਪਾਂ ਨੇ ਸਲੋਪ ਆਫ ਐਲਐਮ ਕਰਵ ਦੀ ਗੱਲ ਕੀਤੀ ਸੀ ਤੇ ਆਈਐਸ ਕਰਵ ਦੀ ਗੱਲ ਕੀਤੀ ਸੀ। ਕਹਿੰਦੇ ਸਲੋਪ ਆਫ ਐਲਐਮ ਕਰਵ ਸ਼ੋਜ਼ ਦਾ ਸੈਂਸਿਟੀਵਿਟੀ ਆਫ ਮਨੀ ਸਪਲਾਈ ਔਨ ਦਾ ਇੰਟਰਸਟ ਰੇਟ ਐਂਡ ਆਊਟਪੁੱਟ ਲੈਵਲ। ਅਗਰ ਆਪਾਂ ਐਲਐਮ ਕਰਵ ਦੀ ਗੱਲ ਕਰਦੇ ਆ ਤਾਂ ਐਲਐਮ ਕਰਵ ਸਾਨੂੰ ਦੱਸਦੀ ਆ ਕਿ ਰੇਟ ਆਫ ਇੰਟਰਸਟ ਐਨਾ ਹੋਣ ਤੇ ਮਨੀ ਦੀ ਜਿਹੜੀ ਸਪਲਾਈ ਆ ਉਹ ਐਨੀ ਹੋਏਗੀ ਤੇ ਆਊਟਪੁੱਟ ਐਨੀ ਹੋਏਗੀ। ਤਾਂ ਦੂਸਰੀ ਤਰਫ ਕਹਿੰਦੇ ਟੂ ਐਕਸਟ੍ਰੀਮ ਕੇਸਿਸ ਨੇ with respect to LM curve. The LM curve is horizontal and LM curve is vertical. ਕਹਿੰਦੇ ਹੁਣ ਇਹ ਦੇਖਿਆ ਜਾਂਦਾ ਹੈ ਕਿ ਜਿਹੜੀ LM curve ਹੈ ਇਹ horizontal ਹੋਏਗੀ ਜਾਂ LM curve vertical ਹੋਏਗੀ। ਕਹਿੰਦੇ ਆਪਾਂ ਇਹਦੇ ਵਿੱਚ ਬਹੁਤ ਇੰਪਲੀਕੇਸ਼ਨਸ ਦੇਖਦੇ ਕਿ ਬਹੁਤ ਸਿਚੁਏਸ਼ਨਸ ਦੇ ਵਿੱਚ ਕੀ ਹੋਏਗਾ। ਤਾਂ ਅਗਰ ਆਪਾਂ ਫਰਸਟ ਸਿਚੁਏਸ਼ਨ ਦੀ ਗੱਲ ਕਰਦੇ ਆ, when the LM curve is horizontal the public is prepaid to the hold all the money at the given interest rate। ਜੇ ਐਲਐਮ ਕਰਵ ਹੌਰੀਜ਼ੌਂਟਲ ਹੈ ਤਾਂ ਆਲ ਮਨੀ ਗਵਰਨਮੈਂਟ ਦੇ ਹੈਂਡ ਦੇ ਵਿੱਚ ਹੈ ਤੇ ਇੰਟਰਸਟ ਜਿਹੜਾ ਉਹ ਗਵਰਨਮੈਂਟ ਦੇ ਦੁਆਰਾ ਹੀ ਕੀ ਆ ਫਿਕਸ ਪਬਲਿਕ ਦੇ ਦੁਆਰਾ ਫਿਕਸ ਕੀਤਾ ਜਾਂਦਾ ਹੈ। ਇਟ ਰਿਫਲੈਕਟਸ ਆ ਸਿਚੁਏਸ਼ਨਸ ਨਾਊਨ ਐਸ ਲਿਕੁਇਡਿਟੀ ਟ੍ਰੈਪ। ਜੇ ਹੌਰੀਜ਼ੌਂਟਲ ਹੈ ਐਲਐਮ ਕਰਵ ਤਾਂ ਇਹ ਲਿਕੁਇਡਿਟੀ ਟ੍ਰੈਪ ਦੇ ਵਿੱਚ ਆਉਂਦੀ ਆ। ਇਨ ਸੱਚ ਅ ਕੇਸ ਮੋਨਟਰੀ ਪਾਲਿਸੀ ਹੈਜ਼ ਨੋ ਇਫੈਕਟ ਔਨ ਦਾ ਰੇਟ ਆਫ ਇੰਟਰਸਟ ਐਂਡ ਲੈਵਲ ਆਫ ਆਊਟਪੁੱਟ। ਤਾਂ ਮੋਨਟਰੀ ਪਾਲਿਸੀ ਦੇ ਥਰੂ ਜਿਹੜਾ ਰੇਟ ਆਫ ਇੰਟਰਸਟ ਅਤੇ ਆਊਟਪੁੱਟ ਹੈ ਉਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ, ਉਹਦਾ ਕੋਈ ਵੀ ਇਫੈਕਟ ਨਹੀਂ ਹੈਗਾ, ਸਿਰਫ ਗਵਰਨਮੈਂਟ ਦਾ ਇਫੈਕਟ ਆ। ਆ ਕੰਡੀਸ਼ਨ ਆਫ ਲਿਕੁਇਡਿਟੀ ਟ੍ਰੈਪ ਐਡਜਸਟ ਵੈਨ ਦਾ ਰੇਟ ਆਫ ਇੰਟਰਸਟ ਇਜ਼ ਵੈਰੀ ਲੋ। Public would now want to hold bonds at such low rate of interest। ਕਹਿੰਦੇ ਜਦੋਂ ਲੋ ਰੇਟ ਆਫ ਇੰਟਰਸਟ ਹੋਵੇ ਤਾਂ ਜਿਹੜੇ ਪੀਪਲਸ ਨੇ ਉਹ ਕੀ ਕਰਦੇ ਨੇ, ਆਪਣੀ ਜਿਹੜੀ ਡੀਅਰਲੀ ਜ਼ੀਰੋ ਆਪਣੇ ਕੋਲ ਜਿਹੜੀ ਮਨੀ ਆ ਲਿਕੁਇਡਿਟੀ ਟੈਪ ਆ ਕੈਸ਼ ਦੀ ਫਾਰਮ ਦੇ ਵਿੱਚ ਜ਼ੀਰੋ ਰੱਖਣਾ ਪਸੰਦ ਕਰਦੇ ਨੇ, ਐਸੈਟਸ ਦੇ ਵਿੱਚ ਜ਼ਿਆਦਾ ਇਨਵੈਸਟ ਕਰਨੀ ਪਸੰਦ ਕਰਦੇ ਨੇ। ਤਾਂ ਆਪਾਂ ਦੇਖਦੇ ਹਾਂ ਲੈਟ ਅਸ ਨਾਓ ਲਰਨ ਅਬਾਊਟ ਕਲਾਸੀਕਲ ਐਂਡ ਕੇਨਜ਼ੀਅਨ ਪੋਜੀਸ਼ਨਸ। ਕਲਾਸੀਕਲ ਤੇ ਕੇਨਜ਼ੀਅਨਸ ਨੇ ਹੌਰੀਜ਼ੌਂਟਲ ਤੇ ਵਰਟੀਕਲ ਜਿਹੜੀ ਐਲਐਮ ਕਰਵ ਹੈ ਉਹਦੀ ਗੱਲ ਕੀਤੀ ਹੈ। ਤਾਂ ਆਪਾਂ ਜਿਹੜੀ ਹੈ ਕੇਨਜ਼ੀਅਨ ਤੇ ਕਲਾਸੀਕਲ ਪੋਜੀਸ਼ਨਸ ਦੇਖਦੇ ਹਾਂ ਆਈਐਸ ਤੇ ਐਲਐਮ ਮਾਡਲ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਸ਼ੋਜ਼ ਦਾ ਕਲਾਸੀਕਲ ਐਂਡ ਕੇਨਜ਼ੀਅਨ ਰੇਂਜਸ ਇਨ ਦਾ ਐਲਐਮ ਕਰਵ। ਤੇ ਕਲਾਸੀਕਲਸ ਤੇ ਜਿਹੜੇ ਕੇਨਜ਼ੀਅਨਸ ਨੇ ਉਹ ਐਲਐਮ ਕਰਵ ਦੀਆਂ ਰੇਂਜਸ ਦੇ ਬਾਰੇ ਕੀ ਕਹਿੰਦੇ ਨੇ ਕਿ ਐਲਐਮ ਕਰਵ ਦੀ ਸ਼ੇਪ ਕਿੱਦਾਂ ਦੀ ਹੋਏਗੀ। ਤਾਂ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਉਹ ਐਕਸਿਸ ਤੇ ਇਨਕਮ ਐਂਡ ਆਊਟਪੁੱਟ ਲਿੱਤੀ ਹੋਈ ਹੈ, ਉਹ ਵਾਈ ਤੇ ਰੇਟ ਆਫ ਇੰਟਰਸਟ ਲਿੱਤਾ ਹੋਇਆ ਹੈ। ਕਹਿੰਦੇ ਲੈਟ ਅਸ ਅਸਿਊਮ that economy is operating at y1 curve। ਤਾਂ ਜਿਹੜੀ ਇੱਥੇ ਤੁਸੀਂ ਦੇਖ ਸਕਦੇ ਹੋ ਐਲਐਮ ਕਰਵ ਹੈ, ਐਲਐਮ ਕਰਵ ਟੂ ਪੋਜੀਸ਼ਨਸ ਦੇ ਵਿੱਚ ਹੈ। ਪਹਿਲਾਂ ਜਿਹੜੀ ਆਪਣੀ ਐਲਐਮ ਕਰਵ ਹੈ ਉਹ ਕੀ ਆ ਵਰਟੀਕਲ ਹੈ ਐਂਡ ਫਿਰ ਉਸ ਤੋਂ ਬਾਅਦ ਐਲਐਮ ਕਰਵ ਕੀ ਆ ਹੌਰੀਜ਼ੌਂਟਲ ਹੈ। ਠੀਕ ਹੈ, ਵਰਟੀਕਲ ਤੇ ਹੌਰੀਜ਼ੌਂਟਲ ਐਲਐਮ ਕਰਵਸ ਟੂ ਪਾਰਟਸ ਦੇ ਵਿੱਚ ਡਿਵਾਈਡ ਹੈ। ਤਾਂ ਲੈਟ ਅਸ ਅਸਿਊਮ that economy is operating at y1। ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਜਿਹੜੀ ਆਪਣੀ ਇਕਨੋਮੀ ਆ ਉਹ y1 ਪ੍ਰੋਡਕਸ਼ਨ ਹੈ ਜਿਹੜੀ ਕਰ ਰਹੀ ਹੈ, ਇਨਕਮ ਐਂਡ ਆਊਟਪੁੱਟ ਪ੍ਰੋਡਿਊਸ ਕਰ ਰਹੀ ਹੈ। ਤਾਂ ਐਲਐਮ ਕਰਵ ਇਜ਼ ਇਨਫਿਨਾਈਟਲੀ ਇਲਾਸਟਿਕ ਐਟ y1। ਜਿਹੜੀ ਐਲਐਮ ਕਰਵ ਹੈ ਇਹ ਇਲਾਸਟਿਕ ਹੈ ਕਿਉਂਕਿ ਇਹ ਉੱਪਰ ਜਾ ਰਹੀ ਹੈ। ਐਂਡ ਇਨ ਦਾ ਕੇਸ ਆਫ ਗਵਰਨਮੈਂਟ ਐਕਸਰਸਾਈਜ਼ ਦਾ ਐਕਸਪੈਂਸ਼ਨਰੀ ਫਿਜ਼ੀਕਲ ਪਾਲਿਸੀ। ਕਹਿੰਦੇ ਇੱਥੇ ਜਿਹੜੀ ਗਵਰਨਮੈਂਟ ਆ ਉਹਦਾ ਰੋਲ ਹੈ, ਗਵਰਨਮੈਂਟ ਕਿਹੜੀ ਪਾਲਿਸੀ ਅਪਣਾ ਰਹੀ ਹੈ ਐਕਸਪੈਂਸ਼ਨ ਫਿਜ਼ੀਕਲ ਪਾਲਿਸੀ, ਐਕਸਪੈਂਸ਼ਨਰੀ ਫਿਜ਼ੀਕਲ ਪਾਲਿਸੀ ਮੀਨਸ ਚੀਪ ਮਨੀ ਪਾਲਿਸੀ ਅਪਣਾ ਰਹੀ ਹੈ ਗਵਰਨਮੈਂਟ, ਆਪਣੇ ਐਕਸਪੈਂਡੀਚਰ ਜ਼ਿਆਦਾ ਕਰ ਰਹੀ ਹੈ। ਗਵਰਨਮੈਂਟ ਦੇ ਐਕਸਪੈਂਡੀਚਰ ਜ਼ਿਆਦਾ ਹੋਣ ਤੇ ਕੀ ਹੋਏਗਾ, ਜਿਹੜੀ ਆਪਣੀ ਇਨਕਮ ਹੈ ਮੋਨਟਰੀ ਫਾਰਮ ਹੈ ਇਨਕਮ ਦੀ ਸਪਲਾਈ ਜ਼ਿਆਦਾ ਹੋਏਗੀ ਤਾਂ ਗਵਰਨਮੈਂਟ ਐਕਸਪੈਂਡੀਚਰ ਇਨਕਰੀਜ਼ then the IS curve, IS curve shift to the IS1, IS-1 curve ਤੇ shift ਹੋ ਜਾਏਗੀ। ਦੇਖੋ ਪਹਿਲਾਂ ਜਿਹੜਾ ਆਪਣਾ ਇਨਕਮ ਲੈਵਲ ਸੀਗਾ ਉਹ Y1 ਸੀਗਾ, IS1 ਕਰਵ ਜਿਹੜੀ ਇਨਵੈਸਟਮੈਂਟ ਸੇਵਿੰਗ 1 ਕਰਵ ਹੈ ਉਹ ਕੱਟ ਕਰ ਰਹੀ ਹੈ। ਠੀਕ ਹੈ, ਆਪਣੀ ਐਲਐਮ ਕਰਵ ਨੂੰ। ਉਸ ਤੋਂ ਬਾਅਦ ਅਗਰ ਗਵਰਨਮੈਂਟ ਜਿੰਨੇ ਇੰਟਰਵੈਂਸ਼ਨ ਕੀਤੀ, ਗਵਰਨਮੈਂਟ ਐਕਸਪੈਂਡੀਚਰ ਇਨਕਰੀਜ਼ ਕੀਤੇ ਤਾਂ ਗਵਰਨਮੈਂਟ ਦੇ ਥਰੂ ਕੀ ਆ ਮਨੀ ਦੀ ਸਪਲਾਈ ਇਨਕਰੀਜ਼, ਗਵਰਨਮੈਂਟ ਇਨਵੈਸਟਮੈਂਟ ਇਨਕਰੀਜ਼, ਤਾਂ ਕੀ ਹੋ ਗਿਆ ਆਪਣਾ ਜਿਹੜਾ ਇਨਕਮ ਤੇ ਆਊਟਪੁੱਟ ਲੈਵਲ ਆ ਉਹ ਵੀ ਇਨਕਰੀਜ਼ ਹੋ ਜਾਏਗਾ, ਗੁੱਡਸ ਐਂਡ ਸਰਵਿਸਿਜ਼ ਦੀ ਸਪਲਾਈ ਜ਼ਿਆਦਾ ਹੋ ਜਾਏਗੀ। ਤਾਂ IS1 ਕਰਵ शिफ्ट होके कितनी हो जाएगी IS1
डैश कर्व ਤੇ ਸ਼ਿਫਟ ਹੋ ਜਾਏਗੀ, ਜੋ ਸਾਨੂੰ ਕੀ ਸ਼ੋ ਕਰ ਰਹੀ ਹੈ ਕਿ ਗਵਰਨਮੈਂਟ ਐਕਸਪੈਂਡੀਚਰ ਇਨਕਰੀਜ਼ ਹੋਣ ਦੇ ਨਾਲ ਜਿਹੜੀ ਆਪਣੀ ਇਨਕਮ ਹੈ ਉਹਦੇ ਵਿੱਚ ਵੀ ਇਨਕਰੀਜ਼ ਹੋਇਆ ਹੈ। ਇਨਕਮ ਇਨਕਰੀਜ਼ ਹੋ ਕੇ y1 ਤੋਂ y-1 ਹੋ ਗਈ। कहते rate of interest does not increase because sufficient idle money is available in the economy, ਬਟ ਕਹਿੰਦੇ ਇੱਥੇ ਰੇਟ ਆਫ ਇੰਟਰਸਟ ਦੇ ਵਿੱਚ ਕੋਈ ਵੀ ਇਨਕਰੀਜ਼ ਨਹੀਂ ਹੋਇਆ ਕਿਉਂਕਿ ਸਫੀਸ਼ੀਐਂਟ ਮਨੀ ਹੈ ਜਿਹੜੀ ਉਹਦੀ ਕੀ ਹੈ ਸਪਲਾਈ ਹੋਈ ਹੈ। ਤਾਂ this is the Keynesian range as individuals are in the situation of liquidity trap. Under such circumstances, monetary policy is ineffective and government should take physical measures. ਤਾਂ ਇਹ ਕੇਨਜ਼ੀਅਨ ਅਪਰੋਚ ਸੀਗੀ। ਕੇਨਜ਼ ਕੀ ਕਹਿੰਦੇ ਨੇ ਕਿ ਗਵਰਨਮੈਂਟ ਇੰਟਰਫੇਰੈਂਸ ਦੇ ਥਰੂ ਗਵਰਨਮੈਂਟ ਐਕਸਪੈਂਡੀਚਰ ਇਨਕਰੀਜ਼ ਹੋਣ ਦੇ ਨਾਲ ਆਈਐਸ ਕਰਵ ਰਾਈਟਵਰਡ ਸ਼ਿਫਟ ਹੋ ਜਾਏਗੀ, ਜਿਹਦੇ ਥਰੂ ਨਿਊ ਇਕੁਇਲਿਬਰੀਅਮ ਦੀ ਪੋਜੀਸ਼ਨ ਆਏਗੀ ਤੇ ਆਪਣੀ ਇਨਕਮ ਐਂਡ ਆਊਟਪੁੱਟ ਇਨਕਰੀਜ਼ ਹੋ ਕੇ y1 ਤੋਂ y-1 ਹੋ ਜਾਏਗੀ ਤੇ ਨਿਊ ਇਕੁਇਲਿਬਰੀਅਮ ਹੋਏਗਾ, ਲੇਕਿਨ ਰੇਟ ਆਫ ਇੰਟਰਸਟ ਤੇ ਕੋਈ ਵੀ ਇਫੈਕਟ ਨਹੀਂ ਹੋਏਗਾ। ਉਸ ਤੋਂ ਬਾਅਦ ਕੇਨਜ਼ੀਅਨ ਕੀ ਕਹਿੰਦੇ ਨੇ ਕਿ ਅਗਰ ਕਹਿੰਦੇ ਗਵਰਨਮੈਂਟ ਐਕਸਪੈਂਡੀਚਰ ਹੋਰ ਇਨਕਰੀਜ਼ ਹੋ ਗਏ, ਠੀਕ ਹੈ, ਤਾਂ ਤੁਸੀਂ ਦੇਖ ਸਕਦੇ ਹੋ ਵੇਅਰ ਦਾ ਇਕੋਨਮੀ, ਤਾਂ ਦੂਸਰਾ ਪਹਿਲਾ ਕਲਾਸੀਕਲ ਦੇਖ ਲਓ, ਵੇਅਰ ਇਕੋਨਮੀ ਇਜ਼ ਆਪਰੇਟਿੰਗ ਐਟ y3 ਲੈਵਲ। ਅਗਰ ਕਹਿੰਦੇ ਇਕੋਨਮੀ ਹੈ ਜਿਹੜੀ ਉਹ y3 ਲੈਵਲ ਤੇ ਆਪਰੇਟ ਕਰ ਰਹੀ ਆ, ਜਿਸ ਇਨਕਮ ਐਂਡ ਆਊਟਪੁੱਟ ਇਕੋਨਮੀ ਦੇ ਵਿੱਚ ਕੀ ਆ y3 ਹੈ, ਤਾਂ ਇਹ ਮੰਨਿਆ ਜਾਂਦਾ ਹੈ ਕਿ ਐਲਐਮ ਕਰਵ ਇਜ਼ ਨੀਅਰਲੀ ਵਰਟੀਕਲ। ਤਾਂ ਐਲਐਮ ਕਰਵ ਕੀ ਉੱਥੇ ਵਰਟੀਕਲ ਹੈ, y3 ਤੇ ਉੱਪਰ ਦੀ ਸਟੇਟ ਹੈ, ठीक है। तो की शो कर रही है रेट ऑफ इंटरेस्ट इज टू हाई फॉर पीपल टू होल्ड मनी, कि रेट ऑफ इंटरेस्ट बहुत ज्यादा है जिथे कहते पीपल्स होल्ड मनी करके रखते रहे, एंड द इंटरेस्ट बियरिंग एसेट्स आर lucrative टू इन्वेस्ट द मनी, रियल मनी balances are low which government borrows, ठीक है। इन दिस सिचुएशन गवर्नमेंट इन्वेस्टमेंट becomes a competitor to the private investment, there is no increase in the total investment in the economy due to this high competition, that rate of interest rises but not the income level। ਤਾਂ ਇੱਥੇ ਕਹਿੰਦੇ ਗਵਰਨਮੈਂਟ ਤੇ ਪ੍ਰਾਈਵੇਟ ਸੈਕਟਰਸ ਦਾ ਰੋਲ, ਕਹਿੰਦੇ ਗਵਰਨਮੈਂਟ ਜਿੰਨਾ ਇਨਵੈਸਟ ਕਰਦੀ ਹੈ ਤਾਂ ਪ੍ਰਾਈਵੇਟ ਸੈਕਟਰ ਉਸ ਦਾ ਕੋਈ ਵੀ ਇਫੈਕਟ ਨਹੀਂ ਪੈਂਦਾ ਹੈ, ਕਿਉਂਕਿ ਕਹਿੰਦੇ ਮਨੀ ਦੀ ਸਪਲਾਈ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦੀ ਆ, ਤਾਂ ਉਹਦੇ ਥਰੂ ਕਹਿੰਦੇ ਇਹ ਆਪਣੇ ਜਿਹੜਾ ਲੈਵਲ ਆਫ ਇਨਕਮ ਹੈ ਉਹ ਤੇ ਕੋਈ ਵੀ ਇਫੈਕਟ ਨਹੀਂ ਪੈਂਦਾ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਅਗਰ ਇਨਵੈਸਟਮੈਂਟ ਜਿਹੜੀ ਸੇਵਿੰਗ ਕਰਵ ਹੈ ਉਹ y3 ਇਨਕਮ ਐਂਡ ਆਊਟਪੁੱਟ ਤੇ ਜੋ ਐਲਐਮ ਕਰਵ ਵਰਟੀਕਲ ਹੈ ਉਹਨੂੰ ਆਈਐਸ ਪੁਆਇੰਟ ਤੇ ਕੱਟ ਕਰ ਰਹੇ ਨੇ, ਤਾਂ ਉੱਥੇ ਵੀ ਆਪਣੀ ਇਨਕਮ ਕਿੰਨੀ ਹੈ y3 ਹੀ ਹੈ। अगर कहते मनी की सप्लाई इंक्रीज हो जाती है आई एस तो IS1 हो जाती है, ताकि होएगा IS1 डैश ਤੇ ਗਵਰਨਮੈਂਟ ਐਕਸਪੈਂਡੀਚਰਸ ਨੇ ਜਿਹੜੇ ਉਹ ਵੀ ਇਨਕਰੀਜ਼ ਹੋ ਜਾਂਦੇ ਨੇ, ਪ੍ਰਾਈਵੇਟ ਇਨਵੈਸਟਮੈਂਟ ਵੀ ਹੁੰਦੀ ਆ, ਤਾਂ ਕਹਿੰਦੇ ਕੀ ਹੋਏਗਾ IS ਕਰਵ ਤੋਂ IS1 ਡੈਸ਼ ਕਰਵ ਤੇ ਸ਼ਿਫਟ ਹੋਣ ਤੇ ਵੀ ਆਪਣੀ ਜਿਹੜੀ ਆਊਟਪੁੱਟ ਤੇ ਇਨਕਮ ਹੈ ਉਹ ਓਨੀ ਹੀ ਰਹੇਗੀ, ਸਿਰਫ ਰੇਟ ਆਫ ਇੰਟਰਸਟ ਦੇ ਵਿੱਚ ਹੀ ਇਨਕਰੀਜ਼ ਹੋਏਗਾ, ਰੇਟ ਆਫ ਇੰਟਰਸਟ ਹੀ ਵਧੇਗਾ ਅਗਰ ਐਲਐਮ ਕਰਵ ਕੀ ਵਰਟੀਕਲ ਹੈ। ਕਹਿੰਦੇ this range of the LM curve is known as the classical range, ਤਾਂ ਇਹਨੂੰ classical range ਕਿਹਾ ਜਾਂਦਾ ਹੈ ਕਿਉਂਕਿ ਜਿਹੜੀ classical ਦੀ LM curve ਹੈ ਉਹ vertical ਹੈ ਤੇ ਜਿਹੜੀ ਆਪਣੀ ਕੇਨਜ਼ੀਅਨ ਦੀ classical ਹੈ ਉਹ horizontal ਹੈ, ਜੋ ਇਨਕਮ ਦੇ ਵਿੱਚ ਤੇ ਆਊਟਪੁੱਟ ਦੇ ਵਿੱਚ ਇਨਕਰੀਜ਼ ਦੱਸ ਰਹੇ ਨੇ ਜਦੋਂ IS curve ਸ਼ਿਫਟ ਹੋ ਰਹੀ ਹੈ ਕਿ ਰੇਟ ਆਫ ਇੰਟਰਸਟ ਦੇ ਵਿੱਚ ਕੋਈ ਵੀ ਚੇਂਜ ਨਹੀਂਗਾ, ਲੇਕਿਨ ਜਿਹੜਾ ਆਪਣਾ ਉੱਪਰ ਵਾਲੀ ਹੈ ਜਿੱਥੇ ਐਲਐਮ ਕਰਵ ਵਰਟੀਕਲ ਹੈ ਆਈਐਸ ਤੋਂ ਆਈਐਸ ਡੈਸ਼ ਤੇ ਸ਼ਿਫਟ ਹੋ ਰਹੀ ਹੈ, ਉੱਥੇ ਕਹਿੰਦੇ ਸਿਰਫ ਰੇਟ ਆਫ ਇੰਟਰਸਟ ਇਨਕਰੀਜ਼ ਹੋ ਰਿਹਾ ਹੈ, ਆਪਣਾ ਜਿਹੜਾ ਆਊਟਪੁੱਟ ਤੇ ਇਨਕਮ ਲੈਵਲ ਇਨਕਰੀਜ਼ ਨਹੀਂ ਹੋ ਰਿਹਾ। So the moderate range seems to be more realistic, vice versa the Keynesian and classical range of ISLM model। Such a moderate range ਕੀ ਕਹਿੰਦੀ ਆਪਾਂ ਨੂੰ ਜਿਹੜੀ 3.6 ਫਿਗਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਨਕਮ ਲੈਵਲ y2। ਮੋਡਰੇਟ ਰੇਟ ਕੀ ਕਹਿੰਦੇ ਨੇ, ਮੋਡਰੇਟ ਇਕੋਨੋਮਿਸਟ ਕਹਿੰਦੇ ਨੇ ਕਿ ਅਗਰ y2 ਇਨਕਮ ਹੈ ਆਪਣੀ ਇਨਕਮ ਐਂਡ ਆਊਟਪੁੱਟ y2 ਹੈ, IS2 ਆਪਣੀ ਜਿਹੜੀ ਹੈ ਇਨਵੈਸਟਮੈਂਟ ਸੇਵਿੰਗ ਕਰਵ ਹੈ, ਠੀਕ ਹੈ। ਤਾਂ ਕਹਿੰਦੇ when government investment increases the complete crowding out of the private investment does not take place, ਕਹਿੰਦੇ ਜਦੋਂ ਗਵਰਨਮੈਂਟ ਸੈਕਟਰਸ ਦੇ ਥਰੂ ਗਵਰਨਮੈਂਟ ਐਕਸਪੈਂਡੀਚਰ ਇਨਕਰੀਜ਼ ਹੁੰਦਾ ਤਾਂ ਪ੍ਰਾਈਵੇਟ ਸੈਕਟਰ ਉੱਤੇ ਕਿਤੇ ਨਹੀਂ ਆਉਂਦਾ, there is an increase in the rate of interest but there is the increase in the level of output also। ਕਹਿੰਦੇ ਇੱਥੇ ਕੀ ਹੋਏਗਾ ਮੋਡਰੇਟ ਰੇਂਜ ਦੇ ਵਿੱਚ ਆਪਣਾ ਆਈਐਸ ਕਰਵ ਦੇ ਸ਼ਿਫਟ ਹੋਣ ਦੇ ਨਾਲ ਗਵਰਨਮੈਂਟ ਐਕਸਪੈਂਡੀਚਰ ਇਨਕਰੀਜ਼ ਹੋਣ ਦੇ ਨਾਲ ਰੇਟ ਆਫ ਇੰਟਰਸਟ ਵੀ ਇਨਕਰੀਜ਼ ਹੋਏਗਾ ਤੇ ਨਾਲ ਦੀ ਨਾਲ ਲੈਵਲ ਆਫ ਇਨਕਮ ਵੀ ਇਨਕਰੀਜ਼ ਹੋਏਗਾ। ਤਾਂ ਇੱਥੇ ਦੇਖੋ IS2 ਤੋਂ ਜਦੋਂ IS-2 ਤੇ ਆਪਣੀ ਗਵਰਨਮੈਂਟ ਐਕਸਪੈਂਡੀਚਰ ਇਨਕਰੀਜ਼ ਹੋਣ ਕਰਕੇ ਜਦੋਂ IS ਕਰਵ ਉੱਪਰ ਸ਼ਿਫਟ ਹੋਈ ਇਸ ਆਊਟਪੁੱਟ ਵੀ ਇਨਕਰੀਜ਼ ਹੋਈ, ਆਪਣੀ Y-
Y2 ਤੋਂ Y-2 ਤੇ ਜਿਹੜਾ ਰੇਟ ਆਫ ਇੰਟਰਸਟ ਉਹਦੇ ਵਿੱਚ ਵੀ ਇਨਕਰੀਜ਼ ਹੋ ਰਿਹਾ ਹੈ। ਇੱਥੇ ਜਿਹੜੀ ਆਪਣੀ ਐਲਐਫ ਕਰਵ ਕੀ ਹੈ, ਵਰਟਿਕ ਹੌਰੀਜ਼ੌਨਟਲ ਕਰਵ ਹੈ ਜੋ ਲੈਫਟ ਰਾਈਟ ਅਪਵਰਡ ਜਾ ਰਹੀ ਹੈ। ਤਾਂ ਇਹ ਸੀਗੇ ਆਪਣੀਆਂ 3 ਪਾਰਟਸ ਇੱਕ ਡਾਇਗਰਾਮ ਸੇ ਜਿਹਦੇ ਵਿੱਚ ਕੇਨਸੀਅਨ ਅਪਰੋਚ ਦੀ ਗੱਲ ਕੀਤੀ ਗਈ ਹੈ ਐਂਡ ਕਲਾਸੀਕਲ ਅਪਰੋਚ ਦੀ ਗੱਲ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਮੋਡਰੇਟ ਅਪਰੋਚ ਦੀ ਗੱਲ ਵੀ ਕੀਤੀ ਗਈ ਹੈ। ਤਾਂ ਉਸ ਤੋਂ ਬਾਅਦ ਕਦੇ ਕੀ ਦੇਖਿਆ ਆਪਾਂ ਨੇ ਕਿ ਸਿਮultaneous ਇਕੁਇਲਿਬ੍ਰੀਅਮ ਇਨ ਗੁਡਸ ਮਾਰਕੀਟ ਐਂਡ ਮਨੀ ਮਾਰਕੀਟ ਕਿ ਕਿਸ ਤਰ੍ਹਾਂ ਇੱਕ ਦੂਸਰੇ ਨਾਲ ਡੀਲ ਕਰਦੇ ਨੇ। ਤਾਂ ਇਹ 3 ਸਿਚੁਏਸ਼ਨਸ ਨੇ ਜਿਹੜੀਆਂ ਕਲਾਸੀਕਲ ਐਂਡ ਕੇਨਜ਼ੀਅਨ ਰੇਂਜ ਐਂਡ ਮੋਡਰੇਟ ਰੇਂਜ ਆ ਜੋ ਸਾਨੂੰ ਆਪਣੀ ਆਈਐਸ ਤੇ ਐਲਐਫ ਕਰਵ ਬਾਰੇ ਦੇਖਣ ਨੂੰ ਮਿਲਦੀ ਹੈ। ਤਾਂ ਇਹ ਸੀਗੀ ਆਪਣੀ ਕਲਾਸੀਕਲ ਐਂਡ ਕੇਨਜ਼ੀਅਨ ਰੇਂਜ। ਤਾਂ ਉਸ ਤੋਂ ਸਭ ਤੋਂ ਆਪਾਂ ਇੱਕ ਵਾਰ ਫਿਰ ਤੋਂ ਦੇਖ ਲੈਂਦੇ ਹਾਂ ਕਿ ਵਾਟ ਇਜ਼ ਸਿਮultaneous ਇਕੁਇਲਿਬ੍ਰੀਅਮ ਐਂਡ ਕਿਸ ਤਰ੍ਹਾਂ ਅਫੈਕਟ ਹੁੰਦਾ ਇਸ ਦੇ ਵਿੱਚ। ਤਾਂ ਤੁਸੀਂ ਦੇਖ ਸਕਦੇ ਹੋ ਸਿਮultaneous ਇਕੁਇਲਿਬ੍ਰੀਅਮ ਇਨ ਗੁਡਸ ਮਾਰਕੀਟ ਐਂਡ ਮਨੀ ਮਾਰਕੀਟ। ਤਾਂ ਤੁਹਾਨੂੰ ਪਤਾ ਹੈ ਕਿ ਗੁਡਸ ਮਾਰਕੀਟ ਦੀ ਗੱਲ ਹੋ ਰਹੀ ਹੈ ਤੇ ਮਨੀ ਮਾਰਕੀਟ ਦੀ ਗੱਲ ਹੋ ਰਹੀ ਹੈ। ਗੁਡਸ ਮਾਰਕੀਟ ਦੇ ਵਿੱਚ ਜੋ ਕਰਵ ਹੈ ਦੈਟ ਇਜ਼ ਆਈਐਸ ਕਰਵ ਜਿਹਨੂੰ ਇਨਵੈਸਟਮੈਂਟ ਸੇਵਿੰਗ ਕਰਵ ਵੀ ਕਹਿੰਦੇ ਨੇ। ਇਨਵੈਸਟਮੈਂਟ ਸੇਵਿੰਗ ਕਰਵ ਦਾ ਜਿਹੜਾ ਰਿਲੇਸ਼ਨ ਹੈ ਉਹ ਇੰਟਰਸਟ ਰੇਟ ਨਾਲ ਰਿਲੇਟ ਕਰਦਾ ਹੈ ਤੇ ਆਊਟਪੁੱਟ ਨਾਲ, ਠੀਕ ਹੈ। ਕਿਉਂਕਿ ਜਿਹੜਾ ਇੰਟਰਸਟ ਰੇਟ ਹੈ ਉਹ ਦੇ ਤੇ ਇਨਵੈਸਟਮੈਂਟ ਡਿਪੈਂਡ ਕਰਦੀ ਹੈ ਤੇ ਸੇਵਿੰਗ ਡਿਪੈਂਡ ਕਰਦੀ ਆ। ਅਗਰ ਤਾਂ ਇੰਟਰਸਟ ਰੇਟ ਜ਼ਿਆਦਾ ਹੈ ਤਾਂ ਇਨਵੈਸਟਮੈਂਟ ਘੱਟ ਹੋਏਗੀ, ਇਨਕਮ ਐਂਡ ਆਊਟਪੁੱਟ ਵੀ ਘੱਟ ਹੋਏਗੀ। ਅਗਰ ਇੰਟਰਸਟ ਰੇਟ ਜ਼ਿਆਦਾ ਹੁੰਦੀ ਸੇਵਿੰਗ ਜ਼ਿਆਦਾ ਹੋਏਗੀ ਤੇ ਇੰਟਰਸਟ ਰੇਟ ਘੱਟ ਹੁੰਦੇ ਸੇਵਿੰਗ ਘੱਟ ਹੋਏਗੀ। ਇੰਟਰਸਟ ਰੇਟ ਤੇ ਸੇਵਿੰਗ ਦਾ ਪੋਜ਼ਿਟਿਵ ਰਿਲੇਸ਼ਨਸ਼ਿਪ ਹੁੰਦਾ ਹੈ ਤੇ ਇੰਟਰਸਟ ਰੇਟ ਤੇ ਇਨਵੈਸਟਮੈਂਟ ਦਾ ਨੈਗੇਟਿਵ ਰਿਲੇਸ਼ਨਸ਼ਿਪ ਹੁੰਦਾ ਹੈ। ਤਾਂ ਜਿਹੜੀ ਆਈਐਸ ਕਰਵ ਹੁੰਦੀ ਹੈ ਇਹ ਕੀ ਹੁੰਦੀ ਹੈ, ਲੈਫਟ ਰਾਈਟ ਡਾਊਨਵਰਡ ਹੁੰਦੀ ਆ ਜੋ ਨੈਗੇਟਿਵ ਰਿਲੇਸ਼ਨਸ਼ਿਪ ਸ਼ੋ ਕਰਦੀ ਹੈ ਬਿਟਵੀਨ ਦਾ ਆਈਐਸ ਕਰਵ ਐਂਡ ਇੰਟਰਸਟ ਰੇਟ। ਕਹਿੰਦੇ ਆਈਐਸ ਕਰਵ ਦੇ ਵਿੱਚ ਜਿਹੜੀ ਹੈ ਆਪਾਂ ਨੂੰ ਗੁੱਡਸ ਐਂਡ ਸਰਵਿਸਿਜ਼ ਦੀ ਜਿਹੜੀ ਡਿਮਾਂਡ ਹੈ ਤੇ ਸਪਲਾਈ ਹੈ ਉਹ ਹੁੰਦੀ ਹੈ ਜੋ ਰੇਟ ਆਫ ਇੰਟਰਸਟ ਤੇ ਡਿਪੈਂਡ ਕਰਦੀ ਹੈ। ਤਾਂ ਆਈਐਸ ਕਰਵ ਦੇ ਹਰੇਕ ਪੁਆਇੰਟ ਤੇ ਜਿਹੜੀ ਹੈ ਗੁੱਡਸ ਦੀ ਡਿਮਾਂਡ ਤੇ ਗੁੱਡਸ ਦੀ ਸਪਲਾਈ ਇਕੁਅਲ ਹੈ ਤਾਂ ਗੁੱਡਸ ਮਾਰਕੀਟ ਦੇ ਵਿੱਚ ਇਕੁਇਲਿਬ੍ਰੀਅਮ ਹੈ। ਐਂਡ ਐਲਐਫ ਕਰਵ ਕੀ ਆ, ਇਹ ਮਨੀ ਨਾਲ ਰਿਲੇਟ ਕਰਦੀ ਹੈ ਜਿਹਦੇ ਵਿੱਚ ਮਨੀ ਦੀ ਡਿਮਾਂਡ ਤੇ ਮਨੀ ਦੀ ਸਪਲਾਈ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਮਨੀ ਦੀ ਡਿਮਾਂਡ ਤੇ ਮਨੀ ਦੀ ਸਪਲਾਈ ਇੰਟਰਸਟ ਰੇਟ ਦੇ ਥਰੂ ਕਿਸ ਤਰ੍ਹਾਂ ਅਫੈਕਟ ਹੁੰਦੀ ਆ। ਜਿਹੜੀ ਐਲਐਫ ਕਰਵ ਹੈ ਇਹ ਲੈਫਟ ਟੂ ਅਪਵਰਡ ਕੀ ਹੁੰਦੀ ਆ, ਲੈਫਟ ਰਾਈਟ ਵਰਡ ਪੋਜ਼ਿਟਿਵ ਹੁੰਦੀ ਆ, ਠੀਕ ਹੈ। ਅਪਵਰਡ ਕਰਦੀ ਹੈ ਇਹ ਤੇ ਇਹ ਪੋਜ਼ਿਟਿਵ ਰਿਲੇਸ਼ਨਸ਼ਿਪ ਸ਼ੋ ਕਰਦੀ ਹੈ ਬਿਟਵੀਨ ਦਾ ਸਪਲਾਈ ਆਫ ਮਨੀ ਐਂਡ ਇੰਟਰਸਟ ਰੇਟ। ਅਗਰ ਇੰਟਰਸਟ ਰੇਟ ਜ਼ਿਆਦਾ ਹੋਏਗਾ ਤਾਂ ਮਨੀ ਦੀ ਸਪਲਾਈ ਜ਼ਿਆਦਾ ਹੋਏਗੀ, ਇੰਟਰਸਟ ਰੇਟ ਘੱਟ ਹੋਏਗਾ ਮਨੀ ਦੀ ਸਪਲਾਈ ਘੱਟ ਹੋਏਗੀ। ਤੇ ਮਨੀ ਦੀ ਡਿਮਾਂਡ ਤੇ ਇੰਟਰਸਟ ਦੇ ਵਿੱਚ ਨੈਗੇਟਿਵ ਰਿਲੇਸ਼ਨਸ਼ਿਪ ਹੈ। ਅਗਰ ਮਨੀ ਦੀ ਇੰਟਰਸਟ ਰੇਟ ਜ਼ਿਆਦਾ ਮਨੀ ਦੀ ਡਿਮਾਂਡ ਘੱਟ, ਇੰਟਰਸਟ ਰੇਟ ਘੱਟ ਮਨੀ ਦੀ ਡਿਮਾਂਡ ਜ਼ਿਆਦਾ ਹੋਏਗੀ। ਤਾਂ ਜਿਹੜੀ ਐਲਐਮ ਕਰਵ ਹੈ, ਐਲਐਮ ਕਰਵ ਦੇ ਹਰੇਕ ਪੁਆਇੰਟ ਤੇ ਜੋ ਹੈ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਹੈ ਜਿੱਥੇ ਕਹਿੰਦੇ ਮੋਨੇਟਰੀ ਮਾਰਕੀਟ ਦੇ ਵਿੱਚ ਇਕੁਇਲਿਬ੍ਰੀਅਮ ਹੁੰਦਾ ਹੈ। ਡਿਮਾਂਡ ਫॉर ਮਨੀ ਇਕੁਅਲ ਟੂ ਰੀਅਲ ਡਿਮਾਂਡ ਸਪਲਾਈ ਫॉर ਮਨੀ ਦੇ ਇਕੁਅਲ ਹੁੰਦੀ ਆ। ਰੀਅਲ ਬੈਲੈਂਸਿਸ ਦੀ ਡਿਮਾਂਡ ਇਕੁਅਲ ਟੂ ਰੀਅਲ ਬੈਲੈਂਸਿਸ ਦੇ ਸਪਲਾਈ ਦੇ ਇਕੁਅਲ ਹੁੰਦੀ ਆ। ਤਾਂ ਸਿਮultaneous ਇਕੁਇਲਿਬ੍ਰੀਅਮ ਕਿੱਥੇ ਹੁੰਦਾ ਹੈ, ਗੁਡਸ ਤੇ ਮਨੀ ਮਾਰਕੀਟ ਦੇ ਵਿੱਚ ਜਿੱਥੇ ਕਹਿੰਦੇ ਐਲਐਫ ਕਰਵ ਤੇ ਆਈਐਸ ਕਰਵ ਇੱਕ ਦੂਸਰੇ ਨੂੰ ਕੀ ਕਰਦੇ ਨੇ, ਇੰਟਰਸੈਕਟ ਕਰਦੇ ਨੇ। ਤਾਂ ਇੱਥੇ ਇੰਟਰਸੈਕਟ ਕਿੱਥੇ ਕਰਦੇ ਨੇ ਇਸ ਡਾਇਗਰਾਮ ਦੇ ਵਿੱਚ, E1 ਪੁਆਇੰਟ ਤੇ ਇੰਟਰਸੈਕਟ ਕਰਦੇ ਨੇ। E1 ਪੁਆਇੰਟ ਇਜ਼ ਆ ਸਿਮultaneous ਇਕੁਇਲਿਬ੍ਰੀਅਮ ਇਨ ਗੁਡਸ ਐਂਡ ਮਨੀ ਮਾਰਕੀਟ ਜਿੱਥੇ ਕਹਿੰਦੇ ਰੇਟ ਆਫ ਇੰਟਰਸਟ ਦੋਨਾਂ ਦੇ ਵਿੱਚ ਕਿੰਨਾ ਫਿਕਸ ਕੀਤਾ ਗਿਆ ਹੈ, I1 ਫਿਕਸ ਕੀਤਾ ਗਿਆ ਹੈ ਤੇ ਜਿਹੜੀ ਹੈ ਇਨਕਮ ਤੇ ਆਊਟਪੁੱਟ ਲੈਵਲ ਕਿੰਨਾ ਹੈ, Y1 ਹੈ। ਤਾਂ ਉਸ ਤੋਂ ਬਾਅਦ ਕੀ ਹੈ, ਸ਼ਿਫਟ ਇਨ ਦਾ ਆਈਐਸ ਕਰਵ। ਕਹਿੰਦੇ ਜਿਹੜੀ ਆਈਐਸ ਕਰਵ ਹੈ ਤਾਂ ਅਗਰ ਕਹਿੰਦੇ ਸਿੰਬਲ ਜਿਹੜਾ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਉਹ ਵੀ ਚੇਂਜ ਹੋ ਸਕਦੀ ਆ, ਠੀਕ ਹੈ। ਤਾਂ ਕਿਸ ਦੇ ਥਰੂ ਹੋ ਸਕਦੀ ਹੈ, ਜਦੋਂ ਕਹਿੰਦੇ ਜਿਹੜੀ ਆਈਐਸ ਕਰਵ ਹੈ ਉਹ ਸ਼ਿਫਟ ਹੋ ਜਾਵੇ ਰਾਈਟਵਰਡ ਜਾਂ ਲੈਫਟਵਰਡ ਸ਼ਿਫਟ ਹੋ ਜਾਵੇ ਤਾਂ ਉਹ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਵੀ ਚੇਂਜ ਹੋਏਗੀ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਉਹ ਐਕਸਿਸ ਤੇ ਆਪਣਾ ਜੋ ਹੈ ਇਨਕਮ ਐਂਡ ਆਊਟਪੁੱਟ ਲਿੱਤਾ ਹੋਇਆ ਹੈ, ਉਹ ਵਾਈ ਤੇ ਇੰਟਰਸਟ ਰੇਟ ਲਿੱਤਾ ਹੋਇਆ ਹੈ। ਜਿਹੜੀ ਐਲਐਮ ਕਰਵ ਹੈ ਦਿਸ ਇਜ਼ ਦਾ ਮੋਨੇਟਰੀ ਮਾਰਕੀਟ ਕਰਵ ਐਂਡ ਜਿਹੜੀ IS1 ਕਰਵ ਹੈ ਦਿਸ ਇਜ਼ ਅ ਗੁਡਸ ਮਾਰਕੀਟ ਕਰਵ ਤੇ E1 ਪੁਆਇੰਟ ਤੇ ਇੰਟਰਸੈਕਟ ਕਰ ਰਹੇ ਨੇ। E1 ਇਜ਼ ਦਾ ਇਨੀਸ਼ੀਅਲ ਇਕੁਇਲਿਬ੍ਰੀਅਮ ਪੁਆਇੰਟ ਜਿੱਥੇ ਕਹਿੰਦੇ ਰੇਟ ਆਫ ਇੰਟਰਸਟ I1 ਹੈ ਐਂਡ ਇਨਕਮ ਐਂਡ ਆਊਟਪੁੱਟ ਲੈਵਲ Y1 ਹੈ। ਮੰਨ ਲਓ ਕਹਿੰਦੇ ਕੀ ਹੋ ਗਿਆ, ਮਨੀ ਦੀ ਸਪਲਾਈ ਇਨਕਰੀਜ਼ ਹੋ ਗਈ ਤਾਂ ਮਨੀ ਦੀ ਸਪਲਾਈ ਇਨਕਰੀਜ਼ ਹੋਣ ਦੇ ਨਾਲ ਕੀ ਹੋ ਜਾਏਗਾ, ਆਪਣੀ ਜਿਹੜੀ ਇਨਵੈਸਟਮੈਂਟ ਆ ਉਹ ਇਨਕਰੀਜ਼ ਹੋ ਜਾਏਗੀ। ਇਨਵੈਸਟਮੈਂਟ ਇਨਕਰੀਜ਼ ਹੋਣ ਦੇ ਨਾਲ ਗੁਡਸ ਐਂਡ ਸਰਵਿਸਿਜ਼ ਦੀ ਪ੍ਰੋਡਕਸ਼ਨ ਇਨਕਰੀਜ਼ ਹੋਏਗੀ ਤਾਂ ਆਈਐਸ ਕਰਵ ਸ਼ਿਫਟ ਹੋ ਕੇ IS1 ਤੋਂ IS2 ਤੇ ਚਲੇ ਜਾਏਗੀ।
ਤਾਂ IS2 ਕਰਵ LM ਕਰਵ ਨੂੰ ਡਿਊ ਪੁਆਇੰਟ E2 ਤੇ ਕੱਟ ਕਰੇਗੀ। E2 ਇਜ਼ ਦਾ ਡਿਊ ਇਕੁਇਲਿਬ੍ਰੀਅਮ ਪੁਆਇੰਟ ਜੋ ਕੀ ਸ਼ੋ ਕਰ ਰਿਹਾ ਹੈ ਕਿ ਅਗਰ IS1 ਕਰਵ ਕਹਿੰਦੇ ਰਾਈਟਵਰਡ ਸ਼ਿਫਟ ਹੋਵੇ, ਠੀਕ ਹੈ, ਤਾਂ ਕੀ ਹੁੰਦਾ ਹੈ, ਰੇਟ ਆਫ ਇੰਟਰਸਟ ਦੇ ਵਿੱਚ ਇਨਕਰੀਜ਼ ਹੋ ਜਾਏਗਾ, I1 ਤੋਂ ਇਨਕਰੀਜ਼ ਹੋ ਕੇ I2 ਇਨਕਰੀਜ਼ ਹੋ ਜਾਏਗਾ ਐਂਡ ਇਨਕਮ ਲੈਵਲ ਵੀ Y1 ਤੋਂ ਇਨਕਰੀਜ਼ ਹੋ ਕੇ ਕਿੰਨਾ ਹੋ ਜਾਏਗਾ, Y2 ਇਨਕਰੀਜ਼ ਹੋ ਜਾਏਗਾ। ਇੱਥੇ ਗਵਰਨਮੈਂਟ ਜਿਹੜੇ ਐਕਸਪੈਂਡੀਚਰ ਦੇ ਵਿੱਚ ਇਨਕਰੀਜ਼ ਹੋਇਆ ਹੈ ਜਿਹਦੇ ਥਰੂ ਆਪਣੀ ਗੁੱਡਸ ਐਂਡ ਸਰਵਿਸਿਜ਼ ਦੀ ਪ੍ਰੋਡਕਸ਼ਨ ਇਨਕਰੀਜ਼, IS ਰਾਈਟਵਰਡ ਸ਼ਿਫਟ ਤੇ ਰੇਟ ਆਫ ਇੰਟਰਸਟ ਵੀ ਇਨਕਰੀਜ਼ ਤੇ ਲੈਵਲ ਆਫ ਇਨਕਮ ਐਂਡ ਆਊਟਪੁੱਟ ਵੀ ਇਨਕਰੀਜ਼ ਹੋਏਗਾ। ਇਸ ਤਰ੍ਹਾਂ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਵੀ ਚੇਂਜ ਹੋਏਗੀ। And the next is shift in the LM curve। ਕਹਿੰਦੇ ਇੱਥੇ ਕੀ ਆ, ਅਗਰ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਚੇਂਜ ਹੋ ਰਹੀ ਹੈ ਤਾਂ ਉਹਦਾ ਮੇਨ ਰੀਜ਼ਨ ਐਲਐਮ ਕਰਵ ਦੇ ਵਿੱਚ ਸ਼ਿਫਟ ਹੋਣਾ ਵੀ ਦੱਸਿਆ ਗਿਆ ਹੈ। ਇੱਥੇ O ਐਕਸਿਸ ਤੇ ਇਨਕਮ ਐਂਡ ਆਊਟਪੁੱਟ ਲੈਵਲ ਐਂਡ OY ਤੇ ਇੰਟਰਸਟ ਰੇਟ ਲਿਖਤਾ ਹੋਇਆ ਹੈ। IS1 ਇਜ਼ ਦਾ ਇਨਵੈਸਟਮੈਂਟ ਸੇਵਿੰਗ ਕਰਵ ਐਂਡ LM1 ਕਰਵ ਇਜ਼ ਦਾ ਮਨੀ ਮਨੀ ਦੀ ਕਰਵ ਹੈ, ਠੀਕ ਹੈ, ਇਹ ਲਿਕੁਇਡਿਟੀ ਮਨੀ ਨੂੰ ਸ਼ੋ ਕਰ ਰਹੀ ਆ। ਐਂਡ E1 ਪੁਆਇੰਟ ਇਜ਼ ਦਾ ਇਕੁਇਲਿਬ੍ਰੀਅਮ ਪੁਆਇੰਟ ਜਿੱਥੇ ਰੇਟ ਆਫ ਇੰਟਰਸਟ I1 ਫਿਕਸ ਕੀਤਾ ਗਿਆ ਹੈ ਤੇ ਇਨਕਮ ਕਿੰਨੀ ਆ, Y1 ਹੈ। ਤਾਂ ਇੱਥੇ ਅਗਰ ਕਹਿੰਦੇ ਮੋਨਿਟਰੀ ਮਾਰਕੀਟ ਦੇ ਵਿੱਚ ਮਨੀ ਦੀ ਸਪਲਾਈ ਇਨਕਰੀਜ਼ ਹੋ ਗਈ ਤਾਂ ਮਨੀ ਦੀ ਸਪਲਾਈ ਇਨਕਰੀਜ਼ ਹੋਣ ਦੇ ਨਾਲ ਜਿਹੜੀ ਆਪਣੀ LM ਕਰਵ ਹੈ ਇਹ LM1 ਤੋਂ LM2 ਇਸ ਪੈਰਲਲ ਸ਼ਿਫਟ ਹੋ ਜਾਏਗੀ, LM1 ਦੇ ਰਾਈਟ ਸਾਈਡ ਸ਼ਿਫਟ ਹੋ ਜਾਏਗੀ ਜਿਹਦੇ ਨਾਲ ਨਿਊ ਪੁਆਇੰਟ ਤੇ IS1 ਕਰਵ ਨੂੰ ਕੱਟ ਕਰੇਗੀ, ਦੈਟ ਇਜ਼ ਦਾ E2 ਪੁਆਇੰਟ। E2 ਪੁਆਇੰਟ ਇਜ਼ ਦਾ ਨਿਊ ਇਕੁਇਲਿਬ੍ਰੀਅਮ ਪੁਆਇੰਟ ਜੋ ਕੀ ਸ਼ੋ ਕਰ ਰਿਹਾ ਹੈ ਕਿ ਮਨੀ ਦੀ ਸਪਲਾਈ ਇਨਕਰੀਜ਼ ਹੋਣ ਦੇ ਨਾਲ ਜਿਹੜਾ ਰੇਟ ਆਫ ਇੰਟਰਸਟ ਹੈ ਉਹ ਡਿਕਰੀਜ਼ ਹੋ ਕੇ I1 ਤੋਂ I2 ਹੋ ਜਾਏਗਾ ਤੇ ਇਨਕਮ ਐਂਡ ਆਊਟਪੁੱਟ ਇਨਕਰੀਜ਼ ਹੋ ਕੇ Y1 ਤੋਂ Y2 ਹੋ ਜਾਏਗੀ। ਤਾਂ ਇਸ ਤਰ੍ਹਾਂ ਇਕੁਇਲਿਬ੍ਰੀਅਮ ਦੀ ਜਿਹੜੀ ਪੋਜੀਸ਼ਨ ਆ ਉਹ ਕੀ ਹੋਏਗੀ, ਚੇਂਜ ਹੋਏਗੀ। ਐਂਡ ਦ ਨੈਕਸਟ ਇਜ਼ ਇਕੁਇਲਿਬ੍ਰੀਅਮ ਐਂਡ ਐਡਜਸਟਮੈਂਟ ਪ੍ਰੋਸੈਸ। ਕਹਿੰਦੇ ਅਗਰ ਤਾਂ ਜਿਵੇਂ ਕਿ ਤੁਸੀਂ 3.4 ਜਿਹੜੀ ਡਾਇਗਰਾਮ ਹੈ ਉਹਦੇ ਵਿੱਚ ਦੇਖ ਸਕਦੇ ਹੋ ਕਿ ਅਗਰ IS ਤੇ LM ਕਰਵ ਦੋਨੇ ਇੱਕ ਦੂਸਰੇ ਨੂੰ ਇੰਟਰਸੈਕਟ ਜਿਸ ਪੁਆਇੰਟ ਤੇ ਕੱਟ ਕਰ ਰਹੇ ਨੇ ਲਾਈਕ ਇਹ ਪੁਆਇੰਟ ਦਿਸ ਇਜ਼ ਦਾ ਇਕੁਇਲਿਬ੍ਰੀਅਮ ਪੁਆਇੰਟ। ਸਿਰਫ ਇੱਥੇ ਹੀ ਜਿਹੜੀ ਮੋਨਿਟਰੀ ਮਾਰਕੀਟ ਹੈ ਤੇ ਜਿਹੜੀ ਆਪਣੀ ਗੁੱਡਸ ਮਾਰਕੀਟ ਹੈ ਦੋਨੇ ਇਕੁਇਲਿਬ੍ਰੀਅਮ ਦੀ ਫਾਰਮ ਦੇ ਵਿੱਚ ਨੇ। ਲੇਕਿਨ ਅਗਰ ਅਜ਼ਿਊਮ ਕਰ ਲਓ ਕਿ ਇਸ ਪੁਆਇੰਟ ਤੋਂ ਇਹ ਪੁਆਇੰਟ ਤੋਂ ਉੱਪਰ ਜਾਂ ਨੀਚੇ ਕੋਈ ਵੀ ਪੁਆਇੰਟਸ ਹੋਵੇ ਤਾਂ ਉੱਥੇ ਡਿਸਇਕੁਇਲਿਬ੍ਰੀਅਮ ਹੁੰਦਾ ਹੈ, ਠੀਕ ਹੈ, ਜਿਵੇਂ ਕਿ ਆਪਣੇ 3.4 ਜਿਹੜੀ ਡਾਇਗਰਾਮ ਹੈ ਉਹਦੇ ਵਿੱਚ ਐਰੋਸ ਲਗਾਏ ਗਏ ਨੇ ਆਪਣੇ IS ਕਰਵ ਤੇ ਵੀ LM ਕਰਵ ਤੇ ਵੀ। ਉਹ ਕੀ ਸ਼ੋ ਕਰ ਰਹੇ ਨੇ, ਦੋਨੇ ਮਾਰਕੀਟਸ ਦੀ ਜਿਹੜੀ ਸਿਚੁਏਸ਼ਨ ਹੈ ਇੱਕ ਦੂਸਰੇ ਦੇ ਇਕੁਅਲ ਨਹੀਂ ਹੈ। ਲੇਕਿਨ ਅਗਰ ਆਪਾਂ LM ਦੀ ਗੱਲ ਕਰੀਏ ਤਾਂ LM ਕਰਵ ਦੀ ਗੱਲ ਕਰੀਏ ਸਿਰਫ ਤਾਂ LM ਤੇ ਜਿਹੜੇ 336 ਪੁਆਇੰਟਸ ਨੇ ਉੱਥੇ ਮੋਨਿਟਰੀ ਮਾਰਕੀਟ ਦੇ ਵਿੱਚ ਤਾਂ ਇਕੁਇਲਿਬ੍ਰੀਅਮ ਹੈ, ਮਨੀ ਦੀ ਡਿਮਾਂਡ ਤੇ ਸਪਲਾਈ ਤਾਂ ਇਕੁਅਲ ਹੈ। ਤੇ IS ਦੀ ਜੇ ਗੱਲ ਕਰੀਏ ਤਾਂ IS ਦੇ ਜੋ ਪੁਆਇੰਟਸ ਨੇ ਉੱਥੇ ਜੋ ਹੈ ਗੁੱਡਸ ਮਾਰਕੀਟ ਦੇ ਵਿੱਚ ਇਕੁਇਲਿਬ੍ਰੀਅਮ ਹੈ, ਲੇਕਿਨ ਦੋਨੇ ਮਾਰਕੀਟਸ ਦੇ ਵਿੱਚ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਨਹੀਂ ਹੈਗੀ। ਤਾਂ ਇਹ ਪੁਆਇੰਟ ਤੇ ਦੋਨੇ ਮਾਰਕੀਟ ਦੇ ਵਿੱਚ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਹੈ। ਤਾਂ ਦੇਖ ਲਓ ਤੁਸੀਂ ਅਜ਼ਿਊਮ ਕਰ ਲਓ ਜਿੱਥੇ ਐਰੋਸ ਨੇ ਉੱਥੇ GHKL 4 ਪੁਆਇੰਟਸ ਨੇ ਤਾਂ ਉਹ ਕੀ ਸ਼ੋ ਕਰ ਰਹੇ ਨੇ। ਅਗਰ ਅਸੀਂ E ਪੁਆਇੰਟ ਤੋਂ ਲੈਫਟ ਸਾਈਡ ਗੱਲ ਕਰੀਏ ਜਿਹੜਾ IS ਇਨਵੈਸਟਮੈਂਟ ਸੇਵਿੰਗ ਕਰਵ ਦੀ ਲੈਫਟ ਸਾਈਡ ਪੁਆਇੰਟ ਹੈ E ਤੋਂ ਉੱਪਰ ਐਰੋਸ ਨੇ ਤਾਂ ਉਹ ਕੀ ਸ਼ੋ ਕਰ ਰਹੇ ਨੇ, ਐਕਸੈਸ ਜਿਹੜੀ ਹੈ ਐਕਸੈਸ ਸਪਲਾਈ ਆਫ ਗੁड्स, ਐਕਸੈਸ ਸਪਲਾਈ ਆਫ ਗੁड्स ਹੈ ਜਿਹਦੇ ਥਰੂ ਰੇਟ ਆਫ ਇੰਟਰਸਟ ਕੀ ਹੈ ਆਪਣੇ ਆਪ ਡਾਊਨ ਹੋ ਜਾਏਗਾ। ਐਂਡ ਜੇ ਆਪਾਂ IS ਕਰਵ ਦੀ ਰਾਈਟ ਸਾਈਡ ਗੱਲ ਕਰੀਏ ਤਾਂ ਇਹ ਕੀ ਆ, ਐਕਸੈਸ ਡਿਮਾਂਡ ਫॉर ਗੁड्स, ਤਾਂ ਇਹਦੇ ਥਰੂ ਰੇਟ ਆਫ ਇੰਟਰਸਟ ਕੀ ਆ, ਚੇਂਜ ਹੋ ਜਾਏਗਾ। ਐਂਡ LM ਕਰਵ ਦੀ ਗੱਲ ਕਰੀਏ LM ਕਰਵ ਦੇ ਰਾਈਟ ਸਾਈਡ ਕੀ ਆ, ਐਕਸੈਸ ਸਪਲਾਈ ਆਫ ਮਨੀ ਜਿਹਦੇ ਥਰੂ ਰੇਟ ਆਫ ਇੰਟਰਸਟ ਡਿਕਰੀਜ਼ ਹੋ ਜਾਏਗਾ। ਅਗਰ LM ਕਰਵ ਦੇ ਲੈਫਟ ਸਾਈਡ ਕੋਈ ਵੀ ਪੁਆਇੰਟ ਤੇ ਅਸੀਂ ਆ ਤਾਂ ਇਹਦੇ ਥਰੂ ਐਕਸੈਸ ਡਿਮਾਂਡ ਫॉर ਮਨੀ ਜਿਹਦੇ ਥਰੂ ਰੇਟ ਆਫ ਇੰਟਰਸਟ ਇਨਕਰੀਜ਼ ਹੋ ਜਾਏਗਾ। ਇਸੇ ਤਰ੍ਹਾਂ ਆਪਣੇ ਆਪ ਅਸੀਂ E ਪੁਆਇੰਟ ਤੇ ਪਹੁੰਚ ਜਾਵਾਂਗੇ, ਇਕੁਇਲਿਬ੍ਰੀਅਮ ਦੀ ਪੋਜੀਸ਼ਨ ਤੇ ਪਹੁੰਚ ਜਾਵਾਂਗੇ। ਤਾਂ ਆਟੋਮੈਟਿਕ ਕਹਿੰਦੇ ਐਡਜਸਟਮੈਂਟ ਹੋ ਜਾਏਗੀ ਇਕਨੋਮੀ ਦੇ ਵਿੱਚ ਡਿਮਾਂਡ ਐਂਡ ਸਪਲਾਈ ਦੇ ਥਰੂ ਰੇਟ ਆਫ ਇੰਟਰਸਟ ਚੇਂਜ ਹੋਏਗਾ ਜਾਂ ਰੇਟ ਆਫ ਇੰਟਰਸਟ ਦੇ ਥਰੂ ਡਿਮਾਂਡ ਐਂਡ ਸਪਲਾਈ ਚੇਂਜ ਹੋਏਗੀ ਜਿਸ ਦੇ ਥਰੂ ਆਟੋਮੈਟਿਕ ਸਟੈਬਲਾਈਜੇਸ਼ਨ ਦੀ ਸਿਚੁਏਸ਼ਨ ਇਕਨੋਮੀ ਦੇ ਵਿੱਚ ਆ ਜਾਏਗੀ। ਇਹ ਸੀਗਾ ਇਕੁਇਲਿਬ੍ਰੀਅਮ ਐਂਡ ਐਡਜਸਟਮੈਂਟ ਪ੍ਰੋਸੈਸ।
ਤਾਂ ਮੇਨ ਰੀਜ਼ਨਸ ਮੋਸਟਲੀ ਕੀ ਹੁੰਦੇ ਨੇ, ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਅਗਰ ਐਕਸੈਸ ਡਿਮਾਂਡ ਫॉर ਮਨੀ ਹੈ ਤਾਂ ਰੇਟ ਆਫ ਇੰਟਰਸਟ ਵਧੇਗਾ, ਅਗਰ ਐਕਸੈਸ ਸਪਲਾਈ ਆਫ ਮਨੀ ਹੈ ਤਾਂ ਰੇਟ ਆਫ ਇੰਟਰਸਟ ਘਟੇਗਾ, अगर एक्सेस डिमांड फॉर गुड्स है तो इट्स मीन सप्लाई ज़्यादा होएगी, आउटपुट भी इंक्रीज करनी पेगी, इन्वेस्टमेंट ज़्यादा करनी पेगी। अगर एक्सेस डिमांड फॉर गुड्स है तो आउटपुट सानू डिक्रीज करनी पेगी, आउटपुट सानू घटानी पेगी। तो इस तरह ऑटोमैटिक एडजस्टमेंट आ जाएगी, इक्विलिब्रियम की पोजीशन आ जाएगी। एंड द नेक्स्ट इज क्लासिकल्स एंड केजियन जोन्स। जिवें कि तुहानू पता ही क्लासिकल्स ते केजियन इकोनॉमिस्ट दे जिहड़ी इनकम एंड एम्प्लॉयमेंट डिटरमिनेशन नू लैके डिफरेंट जिहड़ियां ने मॉडल्स ने, मोस्टली केजियंस ने बोलिया सी कि गवर्नमेंट इंटरवेंशन जरूरी है, ऑटोमैटिक एडजस्टमेंट होती है इकोनॉमी दे विच। एंड क्लासिकल्स ने बोलिया सी कि नहीं, सप्लाई क्रिएट्स इट्स ओन डिमांड, ऑटोमैटिक एडजस्टमेंट के थ्रू गवर्नमेंट की इंटरवेंशन तो बिना अपने आप इक्विलिब्रियम की पोजीशन आ जाएगी। तो इतने टू रेंजिस ने, क्लासिकल रेंज है, केजियन रेंज है, जिन्हों की आप गल करांगे। इतने ओ एक्स ते इनकम एंड आउटपुट है, ओ वाई ते इंटरस्ट रेट है। ਤੇ ਜਿਹੜੀ ਆਪਣੀ ਐਲਐਫ ਕਰਵ ਹੈ ਟੂ ਪਾਰਟਸ ਦੇ ਵਿੱਚ ਡਿਵਾਈਡ ਹੈ। ਪਹਿਲਾਂ ਤਾਂ ਐਲਐਫ ਕਰਵ ਹੈ ਜਿਹੜੀ ਇਹ ਕੀ ਹੈ, हॉरिजॉन्टल है, मींस लेफ्ट राइट अपवर्ड जा रही है। एंड उस तो बाद की है वर्टिकल है, मींस वाई एक्सिस से पैरेलल है। जिथे कहते आईएस वन कर्व ने इन्वेस्टमेंट सेविंग कर्व एंड एलएफ कर्व मॉनेटरी जी है मार्केट को शो कर रही है। अगर तो कहते जो है इनकम का लैवल वाई वन है, जिथे आई एस वन कर्व एक दूसरे को कट कर रहे हैं, उत्थे वाई एन वन है जी इनकम एंड आउटपुट जी है प्रोड्यूस हो रही है। तो केन्स का कहना है कि अगर गवर्नमेंट एक्सपैंडिचर है जो वो इवॉल्व हो तो गवर्नमेंट एक्सपैंडिचर इनक्रीज होने के नाल जी अपनी इन्वेस्टमेंट सेविंग कर्व है एक राइट वर्ड शिफ्ट हो जाएगी, आई एस वन कर्व तो आई एस वन डैश आई एस वन डैश कर्व से शिफ्ट हो जाएगी। तो ये की होएगा, इनकम एंड आउटपुट है जी इनक्रीज होएगा, इनकम एंड आउटपुट गवर्नमेंट एक्सपैंडिचर इनक्रीज होने नाल बढ़ जाएगी, वाई वन तो शिफ्ट होकर वाई डैश वन हो जाएगी। तो ये थ्रू रेट ऑफ इंटरस्ट से कोई भी चेंज नहीं होएगा, रेट ऑफ इंटरस्ट सेम रहेगा। तो ये सी अपनी केजियन रेंज, केजियन का कहना ये है। दूसरी तरफ की है अपने क्लासिकल्स, क्लासिकल्स का कहना की है कि गवर्नमेंट जो एक्सपैंडिचर है वो प्राइवेट एक्सपैंडिचर के इक्वल होता है, कि गवर्नमेंट एक्सपैंडिचर का कोई भी इफैक्ट इकोनॉमी के देखने को नहीं मिलता है। तो क्लासिकल्स की कहते हैं कि अगर अपनी इनकम वाई थ्री है, अगर इनकम साड़ी वाई थ्री है, इनकम एंड आउटपुट असी वाई थ्री इकोनॉमी के प्रोड्यूस कर रहे हैं, तो आई एस वन जी कर्व है एल एम कर्व को कट रही है, तो आई एस कर्व के इक्विलिब्रियम की पोजीशन है। कहते अगर गवर्नमेंट के प्राइवेट एक्सपैंडिचर इंक्रीज भी होंगे ने तो की है, मनी की सप्लाई अगर इंक्रीज होती है मॉनेटरी अथॉरिटी के थ्रू, तो जी अपनी आई एस कर्व है वो ऊपर शिफ्ट हो जाएगी, आई एस डैश कर्व पे शिफ्ट हो जाएगी, जिसके थ्रू की होएगा इकोनॉमी दे विच जिहड़ा अपना इनकम एंड आउटपुट लैवल है उस पर कोई भी इफैक्ट नहीं देखने को मिलेगा। इनकम एंड आउटपुट लैवल है जो वो वाई थ्री ही है, सिर्फ कहते अपने एक्सपैंडिचर्स इंक्रीज होने नाल, मनी की सप्लाई इंक्रीज होने नाल सिर्फ रेट ऑफ इंटरस्ट ही इंक्रीज होएगा। तो रेट ऑफ इंटरस्ट से ही इसका इफैक्ट देखने को मिलेगा, इनकम एंड आउटपुट से कोई भी इफैक्ट देखने नहीं मिलेगा। अगर एल एम कर्व की अपनी वर्टिकल है, वाई एक्सिस से पैरेलल है। तो क्लासिकल्स ने की बोले है कि एल एम कर्व की वर्टिकल है, तो रेट ऑफ इंटरस्ट इंक्रीज होएगा, इनकम होनी है वाई दी वाई थ्री है। तो ये सी अपनी क्लासिकल रेंज। एंड उस तो बाद एक मॉडरेट रेंज है, मॉडरेट रेंज सानू की दसदी है कि अगर अपनी जी इन्वेस्टमेंट सेविंग है वो आई एस टू है, जी एल एम कर्व ਨੂੰ ਕੱਟ ਕਰ ਰਹੀ ਹੈ, ਜਦੋਂ एल एम कर्व की है हॉरिजॉन्टल है, तो इनकम ਤੇ आउटपुट ਦਾ ਲੈਵਲ ਕਿੰਨਾ ਹੋਏਗਾ, y2 ਹੋਏਗਾ। y2 ਇਨਕਮ ਐਂਡ ਆउटपुट ਜਿਹੜੀ ਇਕਨੋਮੀ ਦੇ ਵਿੱਚ ਪ੍ਰੋਡਿਊਸ ਹੋਏਗੀ। अगर कहते जी है अपनी मनी की सप्लाई इंक्रीज हो जाए, मीन गवर्नमेंट एक्सपैंडिचर इंक्रीज हो जाए, तब की है अपनी जी आई एस कर्व है वो आई एस टू तो शिफ्ट होकर आई एस डैश टू ते चली जाएगी। ठीक है, जिदे थ्रू वो एल एम कर्व को ड्यू पॉइंट तो कट करेगी, तो जो की शो करेगा कि जी अपनी इंटरस्ट रेट है वो भी इंक्रीज हो जाएगा, इंटरस्ट रेट भी इंक्रीज होएगा, तो नाल दी नाल जी आउटपुट ते इनकम है वो भी इंक्रीज होएगी।
आउटपुट ਤੇ ਇਨਕਮ ਵੀ ਇੰਕਰੀਜ਼ ਹੋ ਕੇ y2 ਤੋਂ y-2 ਹੋ ਜਾਏਗੀ। ਕਦੋਂ ਤੱਕ ਹੋਏਗੀ? ਜਦੋਂ ਤੱਕ ਕਹਿੰਦੇ ਇਕਨੋਮੀ ਦੇ ਵਿੱਚ ਕਹਿੰਦੇ ਜਿਹੜਾ ਕਲਾਸੀਕਲ ਵਿਊ ਆਪਣੀ ਐਲਐਮ ਕਰਵ ਹੌਰੀਜ਼ੌਨਟਲ ਨਹੀਂ ਹੋ ਜਾਂਦੀ, ਵਰਟੀਕਲ ਨਹੀਂ ਹੋ ਜਾਂਦੀ। ਜਿੱਥੇ ਐਲਐਮ ਕਰਵ ਆਪਣੀ ਵਰਟੀਕਲ ਹੋਗੀ ਉੱਥੇ ਸਿਰਫ ਰੇਟ ਆਫ ਇੰਟਰਸਟ ਹੀ ਵਧੇਗਾ, ਆਪਣੀ ਜਿਹੜੀ ਇਨਕਮ ਐਂਡ ਆਊਟਪੁੱਟ ਹੈ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚੇਂਜ ਨਹੀਂ ਆਏਗਾ। ਤਾਂ ਦੇਖੀਏ ਜਿਹੜੀ ਆਪਣੀ ਹੈ ਐਲਐਮ ਤੇ ਆਈਐਸ ਕਰਵਸ, ਜਿਹੜੀ ਟੂ ਮੋਨਿਟਰੀ ਸੈਕਟਰ ਹੈ ਉਹਦੇ ਵਿੱਚ 3 ਰੇਂਜਸ ਦੀ ਗੱਲ ਕੀਤੀ ਗਈ ਹੈ। ਤਾਂ ਫਰਸਟ ਪਾਰਟ ਹੈ ਜਿਹੜਾ ਇਹ ਕੇਜੀਅਰ ਰੇਂਜ ਨੂੰ ਡਿਸਕ੍ਰਾਈਬ ਕਰ ਰਿਹਾ ਕਿ ਗਵਰਨਮੈਂਟ ਐਕਸਪੈਂਡੀਚਰ ਵਧਣ ਦੇ ਨਾਲ ਇਨਕਮ ਐਂਡ ਆਊਟਪੁੱਟ ਵਧੇਗੀ, ਕਿਉਂਕਿ ਮਨੀ ਦੀ ਸਪਲਾਈ ਵਧੇਗੀ, ਤਾਂ ਜਿਹਦੇ ਥਰੂ ਇਨਵੈਸਟਮੈਂਟ ਵਧੇਗੀ, ਪ੍ਰੋਡਕਸ਼ਨ ਜ਼ਿਆਦਾ ਹੋਏਗੀ ਤੇ ਰੇਟ ਆਫ ਇੰਟਰਸਟ ਤੇ ਕੋਈ ਵੀ ਇਫੈਕਟ ਨਹੀਂ ਪਏਗਾ। ਜੋ ਮॉडरेट रेंज है ये शो कर रही है कि अगर मनी की सप्लाई गवर्नमेंट एक्सपेंडिचर बढ़ेगा तब इन्वेस्टमेंट के थ्रू प्रोडक्शन भी बढ़ेगी y2 तो y-2 ਤੇ ਨਾਲ ਦੀ ਨਾਲ ਰੇਟ ਆਫ ਇੰਟਰਸਟ ਵੀ ਕੀ ਹੋਏਗਾ? ਇਨਕਰੀਜ਼ ਹੋਏਗਾ। ਤੇ ਥਰਡ ਪਾਰਟ ਡਿਸਕ੍ਰਾਈਬ ਕਰ ਰਿਹਾ ਹੈ ਕਲਾਸੀਕਲ ਵਿਊ ਨੂੰ, ਤਾਂ ਉਹ ਦੱਸ ਰਿਹਾ ਹੈ ਕਿ ਅਗਰ ਆਪਣੀ ਜਿਹੜੀ ਐਲਐਮ ਕਰਵ ਆ ਉਹ ਕੀ ਆ वर्टिकल है, तो ये टू सिचुएशंस ने कि एक एलएम कर्व वर्टिकल है, एक एमएल एलएम कर्व या हॉरिजॉन्टल है। एलएम कर्व हॉरिजॉन्टल है तो एक और कह रहे सानू केजीएफ कह रहे हैं जिस गवर्नमेंट इंटरवेंशन है। ਜਿਹੜੀ एलएम कर्व वर्टिकल है ये सानू क्लासिकल्स कह रहे हैं कि ਜਦੋਂ एलएम कर्व वर्टिकल है तो आईएस कर्व ਦੇ ਸ਼ਿਫਟ ਹੋਣ ਦੇ ਨਾਲ ਸਿਰਫ ਰੇਟ ਆਫ ਇੰਟਰਸਟ ਹੀ ਇਨਕਰੀਜ਼ ਹੋਏਗਾ, ਜੇ ਆਪਣੀ ਇਨਕਮ ਤੇ ਆਊਟਪੁੱਟ ਹੈ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚੇਂਜ ਨਹੀਂ ਆਏਗਾ। ਇਹ ਸੀ ਕਿ ਆਪਣੀ ਕਲਾਸਿਕਲਸ ਤੇ ਕੇਜੀਅਰ ਰੇਂਜ। ਤਾਂ ਸਭ ਤੋਂ ਪਹਿਲਾਂ ਆਪਾਂ ਨੇ ਕੀ ਕੀਤਾ ਹੈ? ਆਪਾਂ ਨੇ ਸਿਮultaneous ਇਕੁਇਲਿਬ੍ਰੀਅਮ ਕੀਤਾ ਹੈ ਗੁੱਡਸ ਐਂਡ ਮਨੀ ਮਾਰਕੀਟ ਦੇ ਵਿੱਚ, ਜਿੱਥੇ ਕਹਿੰਦੇ ਗੁੱਡਸ ਐਂਡ ਮਨੀ ਮਾਰਕੀਟ ਦੋਨੇ ਇੱਕ ਦੂਸਰੇ ਦੇ ਇਕੁਅਲ ਹੋਣਗੀਆਂ, ਇੱਕ ਦੂਸਰੇ ਨੂੰ ਇੰਟਰਸੈਕਟ ਕਰਨਗੀਆਂ, ਤਾਂ ਉੱਥੇ ਕੀ ਆ ਆਪਣਾ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਹੋਏਗੀ, ਸਿਮultaneous ਇਕੁਇਲਿਬ੍ਰੀਅਮ ਹੋਏਗਾ। ਤਾਂ ਯੂਨੀਕ ਕੰਬੀਨੇਸ਼ਨ ਰੇਟ ਆ, ਕਹਿੰਦੇ ਦੋਨਾਂ ਦੇ ਵਿੱਚ ਕਾਮਨ ਥਿੰਗਸ ਕੀ ਆ ਕਿ ਜਿਹੜੀ ਆਪਣੀ ਮਨੀ ਮਾਰਕੀਟ ਤੇ ਗੁੱਡਸ ਮਾਰਕੀਟ ਆ ਇਹਨਾਂ ਦੇ ਵਿੱਚ ਕਿਹੜੀ ਕਾਮਨ ਥਿੰਗਸ ਹੈ? ਇੱਕ ਤਾਂ ਰੇਟ ਆਫ ਇੰਟਰਸਟ ਐਂਡ ਇੱਕ ਹੈ ਇਨਕਮ ਐਂਡ ਆਊਟਪੁੱਟ ਲੈਵਲ। ਦੋਨਾਂ ਦੇ ਵਿੱਚ ਰੇਟ ਆਫ ਇੰਟਰਸਟ ਇਨਕਰੀਜ਼ ਡਿਕਰੀਜ਼ ਹੋਣ ਦੇ ਨਾਲ ਜਿਹੜਾ ਡਿਸਇਕੁਇਲਿਬ੍ਰੀਅਮ ਦੀ ਪੋਜੀਸ਼ਨ ਉਹ ਵੀ ਆਉਂਦੀ ਆ, ਕਿਉਂਕਿ ਡਿਮਾਂਡ ਫॉर ਮਨੀ ਤੇ ਸਪਲਾਈ ਆਫ ਮਨੀ ਤੇ ਵੀ ਇਫੈਕਟ ਪੈਂਦਾ ਹੈ, ਤੇ ਗੁੱਡਸ ਮਾਰਕੀਟ ਦੇ ਵਿੱਚ ਗੁੱਡਸ ਐਂਡ ਸਰਵਿਸਿਜ਼ ਦੀ ਡਿਮਾਂਡ ਤੇ ਸਪਲਾਈ ਤੇ ਵੀ ਇਫੈਕਟ ਪੈਂਦਾ ਹੈ। ਤੇ ਉਸ ਤੋਂ ਬਾਅਦ ਅਸੀਂ ਡਿਸਕਸ ਕੀਤਾ ਕੇਨਜ਼ੀਅਨ ਐਂਡ ਕਲਾਸੀਕਲਸ ਵਿਊ, ਜਿਹਦੇ ਵਿੱਚ ਆਪਾਂ ਨੇ ਟੂ ਸਿਚੁਏਸ਼ਨਸ ਦੇਖੀਆਂ ਨੇ, ਇੱਕ ਹੌਰੀਜ਼ੌਨਟਲ ਐਂਡ ਵਰਟੀਕਲ ਐਲਐਮ, ਤੇ ਉਸ ਤੋਂ ਬਾਅਦ ਮॉडरेट ਰੇਂਜ ਦੇਖਿਆ, ਤੇ ਉਸ ਤੋਂ ਬਾਅਦ ਜਿਹੜਾ ਸਿਮultaneous ਡਿਸਇਕੁਇਲਿਬ੍ਰੀਅਮ ਹੈ ਕਿ ਕਿਸ ਤਰ੍ਹਾਂ ਇਕਨੋਮੀ ਦੇ ਵਿੱਚ ਆਪਣੇ ਆਪ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਆ ਜਾਏਗੀ, ਜਿਹੜੀ ਮਨੀ ਦੀ ਡਿਮਾਂਡ ਤੇ ਸਪਲਾਈ ਹੈ ਉਹਦੇ ਥਰੂ ਰੇਟ ਆਫ ਇੰਟਰਸਟ ਆਪਣਾ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਤੇ ਆ ਜਾਏਗਾ, ਐਂਡ ਗੁੱਡਸ ਐਂਡ ਸਰਵਿਸਿਜ਼ ਦੀ ਡਿਮਾਂਡ ਆਪਣੇ ਆਪ ਇਕੁਅਲ ਹੋ ਜਾਏਗੀ। ਇਹ ਸੀ ਅੱਜ ਦਾ ਆਪਣਾ ਟੌਪਿਕ ਜੋ ਇੱਥੇ ਹੀ ਖਤਮ ਹੁੰਦਾ ਹੈ। ਧੰਨਵਾਦ।